ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਪੰਜਵਾ। ਬਿਨ ਤੇਲ ਦੀਵਾ ਕਿਉ ਜਲੈ, ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 25 ਔਰ 26 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਸਤਿਗੁਰੂ ਜੀ ਨੇ ਦੀਵੇ ਨੂੰ ਬਾਲਣ ਦੀ ਬਾਤ ਕੀਤੀ, ਜਿਹਨੂੰ ਗਿਆਨ ਦਾ ਦੀਪਕ ਕਹਿ ਸਕਦੇ ਹਾਂ, ਗਿਆਨ ਦਾ ਦੀਵਾ ਕਹਿ ਸਕਦੇ ਹਾਂ। ਜਿਸ ਸਦਕਾ ਜ਼ਿੰਦਗੀ ਦੇ ਅੰਦਰ ਰੌਸ਼ਨੀ ਹੋ ਜਾਏ, ਚਾਨਣ ਹੋ ਜਾਏ ਔਰ ਉਸ ਪਰਮੇਸ਼ਵਰ ਜੀ ਦੇ ਦੀਦਾਰ ਹੋ ਜਾਣ, ਉਹਦੇ ਦਰਸ਼ਨ ਹੋ ਜਾਣ ਤੇ ਉਹ ਪ੍ਰਭੂ ਮਿਲ ਜਾਏ। ਅਗਿਆਨਤਾ ਦੇ ਹਨੇਰੇ ਕਰਕੇ ਜੀਵ ਅੰਦਰ ਬੈਠੇ ਮਾਲਕ ਨੂੰ ਵੇਖਣ ਤੋਂ ਅਸਮਰੱਥ ਹੈ। ਗਿਆਨ ਦਾ ਚਾਨਣ ਕਰਨਾ, ਜਿਸ ਚਾਨਣ ਦੇ ਨਾਲ ਜੀਵ ਉਸ ਪ੍ਰਭੂ ਜੀ ਦੇ ਦਰਸ਼ਨ ਕਰੇ, ਉਹਦੇ ਦੀਦਾਰ ਕਰੇ।
ਤੇ ਸਤਿਗੁਰੂ ਜੀ ਨੇ ਪਹਿਲੀ ਰਹਾਉ ਦੀ ਪੰਕਤੀ ਵਿੱਚ ਇੱਕ ਸਵਾਲ ਰੱਖਿਆ, ਬਿਨ ਤੇਲ ਦੀਵਾ ਕਿਉਂ ਜਲੈ। ਵੀ ਜਦੋਂ ਤੱਕ ਜੀਵ ਦੀਵੇ ਵਿੱਚ ਤੇਲ ਨਹੀਂ ਪਾਉਂਦਾ ਉਹਨਾਂ ਚਿਰ ਦੀਵਾ ਕਦੇ ਬਲਦਾ ਨਹੀਂ। ਔਰ ਤੇਲ ਤੋਂ ਬਿਨਾ ਸਾਹਿਬ ਜੀ ਨੇ ਸਵਾਲ ਰੱਖਿਆ ਵੀ ਦੀਵਾ ਬਲ ਕਿਵੇਂ ਸਕਦਾ ਹੈ। ਜਿਹਨੂੰ ਆਪਾਂ ਜਦੋਂ ਭਾਵ ਅਰਥਾਂ ਵਿੱਚ ਪੜਾਂਗੇ ਤੇ ਮਤਲਬ ਇਹ ਹੈ ਵੀ ਜਿੰਨਾ ਚਿਰ ਜੀਵ ਦੇ ਅੰਦਰ ਲਗਨ ਹੀ ਨਹੀਂ ਹੈ, ਅੰਦਰ ਪ੍ਰੇਮ ਹੀ ਨਹੀਂ ਹੈ, ਤੇ ਮਨੁੱਖ ਸੁਚੇਤ ਕਿਵੇਂ ਹੋ ਸਕਦਾ। ਜਿੰਨਾ ਚਿਰ ਮਨੁੱਖ ਦੇ ਅੰਦਰ ਪ੍ਰਭੂ ਜੀ ਦੇ ਪ੍ਰਤੀ ਪ੍ਰੇਮ ਹੀ ਪੈਦਾ ਨਹੀਂ ਹੋ ਜਾਂਦਾ, ਪਿਆਰ ਹੀ ਪੈਦਾ ਨਹੀਂ ਹੋ ਜਾਂਦਾ, ਉਹਨਾਂ ਚਿਰ ਇਹ ਦੀਵਾ ਕਿਵੇਂ ਬਲੇਗਾ। ਔਰ ਜਿਸ ਵਕਤ ਆਪਾਂ ਸਤਿਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ, ਮਾਲਕ ਜੀ ਬਾਣੀ ਵਿੱਚ ਕੇਵਲ ਗਿਆਨ ਦੇ ਦੀਵੇ ਦੀ ਗੱਲ ਨਹੀਂ ਕਰਦੇ, ਸਗੋਂ ਸਤਿਗੁਰੂ ਜੀ ਉਪਦੇਸ਼ ਦਿੰਦੇ ਆ ਜਦੋਂ ਸਮਝਾਉਂਦੇ ਤੇ ਇਹ ਵੀ ਆਖਦੇ ਵੀ ਰੱਬੀ ਨਾਮ ਮੇਰੇ ਵਾਸਤੇ ਇੱਕ ਦੀਵਾ ਹੈ, ਜਿਹਦੇ ਵਿੱਚ ਮੈਂ ਦੁੱਖ ਰੂਪੀ ਤੇਲ ਪਾਇਆ ਹੋਇਆ, ਤੇ ਜਿਵੇਂ ਜਿਵੇਂ ਉਹ ਦੀਵਾ ਬਲ ਕੇ ਚਾਨਣ ਦਿੰਦਾ ਉਵੇਂ ਉਵੇਂ ਮੇਰਾ ਦੁੱਖ ਰੂਪੀ ਤੇਲ ਜਿਹੜਾ ਉਹ ਸੜ ਰਿਹਾ। ਜਿਹਨੂੰ ਸਤਿਗੁਰੂ ਜੀ ਆਖਦੇ, ਕਹਿੰਦੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਦੁੱਖ ਰੂਪੀ ਤੇਲ ਇਸ ਦੀਵੇ ਵਿੱਚ ਪਾਇਆ ਹੋਇਆ, ਤੇ ਉਹ ਤੇਲ ਜਿਹੜਾ ਹੈ ਜਿਵੇਂ ਜਿਵੇਂ ਅੰਦਰ ਨਾਮ ਦਾ ਦੀਪਕ ਬਲ ਰਿਹਾ, ਜਿਵੇਂ ਜਿਵੇਂ ਅੰਦਰ ਨਾਮ ਦਾ ਦੀਵਾ ਚੱਲ ਰਿਹਾ ਹੈ, ਜਗ ਰਿਹਾ ਹੈ, ਤਿਵੇਂ ਤਿਵੇਂ ਦੁੱਖ ਰੂਪੀ ਤੇਲ ਸੜੀ ਜਾਂਦਾ ਹੈ, ਦੁੱਖ ਰੂਪੀ ਤੇਲ ਘਟਦਾ ਜਾਂਦਾ ਹੈ। ਹੁਣ ਅੱਜ ਗੁਰੂ ਸਾਹਿਬ ਕਹਿੰਦੇ ਵੀ ਤੇਲ ਤੋਂ ਬਿਨਾਂ ਦੀਵਾ ਬਾਲਾਂਗੇ ਕਿਵੇਂ। ਜੀਵਨ ਦੇ ਅੰਦਰ ਚਾਨਣ ਲੈ ਕੇ ਕਿਵੇਂ ਆਉਣਾ। ਕਿਉਂਕਿ ਇੱਕ ਬਾਤ ਸਤਿਗੁਰੂ ਜੀ ਬਾਣੀ ਵਿੱਚ ਸਮਝਾਉਂਦੇ ਸਾਨੂੰ, ਆਖਦੇ ਕਹਿੰਦੇ ਦੀਵਾ ਬਲੇ ਅੰਧੇਰਾ ਜਾਏ। ਜਿੰਨਾ ਚਿਰ ਦੀਵਾ ਨਹੀਂ ਬਲਦਾ ਉਹਨਾਂ ਚਿਰ ਹਨੇਰਾ ਨਹੀਂ ਜਾਏਗਾ। ਜਿੱਦਣ ਦੀਵਾ ਬਲੇਗਾ, ਜਿੱਦਣ ਚਾਨਣ ਹੋਏਗਾ, ਉਦਣ ਹਨੇਰਾ ਚਲਾ ਜਾਏਗਾ। ਔਰ ਹਨੇਰਾ ਜਿਹੜਾ ਅਗਿਆਨਤਾ ਵਸ ਹੋ ਕੇ ਜੀਵ ਖੁਦ ਆਪ ਲਈ ਬੈਠਾ ਹੈ, ਅਗਿਆਨੀ ਬਣ ਕੇ ਹਨੇਰਾ ਹੀ ਇਕੱਠਾ ਕੀਤਾ ਹੈ। ਜਦੋਂ ਜੀਵ ਤੇ ਜੀਵਨ ਦੀ ਗੱਲ ਕਰਾਂਗੇ ਤੇ ਅਗਿਆਨਤਾ ਕੀ ਹੈ? ਇੱਕ ਬੜਾ ਭਿਆਨਕ ਘੁੱਪ ਹਨੇਰਾ ਹੈ। ਤੇ ਅਗਿਆਨਤਾ ਨੂੰ ਇਕੱਠਿਆਂ ਨਹੀਂ ਕਰਨ ਜਾਣਾ ਪੈਂਦਾ, ਜਾਣਾ ਗਿਆਨ ਇਕੱਠਿਆਂ ਕਰਨ ਪੈਂਦਾ ਹੈ। ਜਿਨੇ ਗਿਆਨ ਇਕੱਠਾ ਨਹੀਂ ਕੀਤਾ ਉਹ ਤੇ ਹੈ ਹੀ ਅਗਿਆਨੀ। ਜਿਨੇ ਚਾਨਣ ਨਹੀਂ ਆਪਣੇ ਜੀਵਨ ਵਿੱਚ ਕੀਤਾ, ਹਨੇਰਾ ਕਦੇ ਲੈਣ ਨਹੀਂ ਜਾਣਾ ਪੈਂਦਾ, ਹਨੇਰਾ ਆਪੇ ਹੀ ਆ ਜਾਂਦਾ। ਅਗਿਆਨਤਾ ਕਦੇ ਲੈਣ ਥੋੜੀ ਗਏ ਆਪਾਂ ਜੀ, ਮੈਂ ਅਨਪੜ੍ਹ ਬਣਨਾ ਚਾਹੁੰਦਾ। ਕੌਣ ਜਿਹੜਾ ਇਹ ਗੱਲ ਕਹਿੰਦਾ ਜਾ ਕੇ ਵੀ ਮੈਂ ਅਨਪੜ੍ਹ ਬਣਨ ਵਾਸਤੇ ਆਇਆ। ਜਦੋਂ ਵੀ ਬਾਤ ਹੁੰਦੀ ਹੈ ਉਦੋਂ ਇਹੋ ਹੁੰਦੀ ਹੈ ਜੀ ਮੈਂ ਪੜ੍ਹਨ ਵਾਸਤੇ ਆਇਆ। ਕੋਈ ਇਹ ਨਹੀਂ ਕਹਿੰਦਾ ਕਿ ਮੈਂ ਅਨਪੜ੍ਹ ਹੋਣ ਵਾਸਤੇ ਆਇਆ, ਜਾਂ ਮੈਂ ਆਪਣਾ ਗਿਆਨ ਗਵਾਉਣ ਵਾਸਤੇ ਆਇਆ, ਜਾਂ ਮੈਂ ਅਨਪੜ੍ਹਤਾ ਹੀ ਆਪਣੇ ਜੀਵਨ ਵਿੱਚ ਕਮਾਉਣੀ ਹੈ। ਕਦੇ ਇਹ ਗੱਲ ਨਹੀਂ ਆਖੀ ਜਾਂਦੀ। ਹਮੇਸ਼ਾ ਇਹ ਕਿਹਾ ਜਾਂਦਾ ਕਿ ਮੈਂ ਪੜ੍ਹਨ ਆਇਆ, ਮੈਂ ਗਿਆਨ ਇਕੱਠਾ ਕਰਨ ਆਇਆ, ਮੈਂ ਅਗਿਆਨਤਾ ਖਤਮ ਕਰਨੀ ਚਾਹੁੰਦਾ। ਕਿਉਂਕਿ ਇਹਦੇ ਓਪੋਜ਼ਿਟ ਬਿਲਕੁਲ, ਜੇ ਅਸੀਂ ਪੜ੍ਹ ਨਹੀਂ ਰਹੇ ਅਗਿਆਨਤਾ ਆਪਣੇ ਆਪ ਆ ਰਹੀ ਹੈ। ਜੇ ਅਸੀਂ ਚਾਨਣ ਨਹੀਂ ਕਰ ਰਹੇ ਹਨੇਰਾ ਆਪਣੇ ਆਪ ਆ ਰਿਹਾ। ਜੇ ਅਸੀਂ ਗਿਆਨ ਇਕੱਠਾ ਨਹੀਂ ਕਰ ਰਹੇ ਤੇ ਅਗਿਆਨਤਾ ਆਪਣੇ ਆਪ ਹੈ। ਅਗਿਆਨਤਾ ਨੂੰ ਲੈਣ ਥੋੜੀ ਜਾਣਾ ਪਏਗਾ। ਅਗਿਆਨਤਾ ਤੇ ਆਪਣੇ ਆਪ ਆ ਜਾਏਗੀ। ਜਾਂ ਇਉਂ ਕਹਿ ਸਕਦੇ ਹਾਂ ਵੀ ਅਗਿਆਨਤਾ ਤੇ ਸਾਡੇ ਕੋਲ ਹੈ ਹੀ ਹੈ, ਬਸ ਗਿਆਨ ਚਾਹੀਦਾ ਹੈ। ਗਿਆਨ ਹਾਸਲ ਕਰਨਾ। ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਬਿਨ ਤੇਲ
ਦੀਵਾ ਕਿਉਂ ਜਲੇ? ਪਹਿਲੋਂ ਇਹ ਸਵਾਲ ਹੈ, ਕਿਉਂਕਿ ਜਿੰਨਾ ਚਿਰ ਦੀਵਾ ਨਹੀਂ ਜਲੇਗਾ ਉਹਨਾਂ ਚਿਰ ਚਾਨਣ ਨਹੀਂ, ਤੇ ਜਿੰਨਾ ਚਿਰ ਚਾਨਣ ਨਹੀਂ ਹੈ ਉਹਨਾਂ ਚਿਰ ਪਰਮੇਸ਼ਵਰ ਦੇ ਦਰਸ਼ਨ ਨਹੀਂ, ਉਹਨਾਂ ਚਿਰ ਪ੍ਰਭੂ ਦੇ ਦੀਦਾਰ ਨਹੀਂ, ਉਹਨਾਂ ਚਿਰ ਪ੍ਰਭੂ ਦਾ ਮੇਲ ਨਹੀਂ, ਉਹਨਾਂ ਚਿਰ ਪ੍ਰਭੂ ਦਾ ਮਿਲਾਪ ਨਹੀਂ। ਕਿਉਂਕਿ ਸਾਰੇ ਦਾ ਸਾਰਾ ਘਰ ਉਦੋਂ ਹੀ ਰੋਸ਼ਨਾਇਆ ਜਾਵੇਗਾ, ਉਦੋਂ ਹੀ ਰੋਸ਼ਨ ਹੋਵੇਗਾ ਜਦੋਂ ਅੰਦਰ ਦੀਵਾ ਬਲੇਗਾ। ਘਰ ਵਿੱਚ ਚਾਨਣ ਦੀਵੇ ਤੋਂ ਬਿਨਾ ਨਹੀਂ, ਘਰ ਵਿੱਚ ਚਾਨਣ ਲਾਈਟ ਤੋਂ ਬਿਨਾ ਨਹੀਂ, ਤੇ ਜਿੰਨਾ ਚਿਰ ਲਾਈਟ ਦਾ ਪ੍ਰਬੰਧ ਹੀ ਨਹੀਂ ਹੈ ਉਹਨਾਂ ਚਿਰ ਚਾਨਣ ਕਿੱਥੇ ਹੈ। ਔਰ ਅੱਜ ਦੇ ਇਹਨਾਂ ਪਾਵਨ ਬਚਨਾਂ ਵਿੱਚ ਸਤਿਗੁਰੂ ਜੀ ਨੇ ਸਾਨੂੰ ਆਪਣੇ ਜੀਵਨ ਅੰਦਰ ਬਸ ਚਾਨਣ ਕਰਨ ਦੀ ਪ੍ਰੇਰਨਾ ਦਿੱਤੀ ਵੀ ਅਸੀਂ ਰੌਸ਼ਨੀ ਕਰਨੀ ਕਿਵੇਂ ਹੈ, ਅਸੀਂ ਦੀਵਾ ਬਾਲਣਾ ਕਿਵੇਂ ਹੈ, ਅਸੀਂ ਆਪਣੇ ਜੀਵਨ ਵਿੱਚ ਗਿਆਨ ਦਾ ਚਾਨਣ ਕਰਨਾ ਕਿਵੇਂ, ਅਗਿਆਨਤਾ ਨੂੰ ਖਤਮ ਕਿਵੇਂ ਕਰਨਾ। ਅੱਜ ਸਤਿਗੁਰੂ ਜੀ ਨੇ ਇਸੇ ਬਾਤ ਦੀ ਪ੍ਰੇਰਨਾ ਜਿਹੜੀ ਉਹ ਸਾਨੂੰ ਦਿੱਤੀ ਹੈ, ਇਸੇ ਬਾਤ ਨੂੰ ਲੈ ਕੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ। ਕਿਉਂਕਿ ਸਤਿਗੁਰੂ ਜੀ ਇਸੇ ਕਰਕੇ ਤੇ ਸਾਨੂੰ ਉਪਦੇਸ਼ ਦਿੰਦੇ ਆ, ਸਮਝਾਉਂਦੇ ਨੇ ਨਾ ਵੀ ਜਦੋਂ ਗਿਆਨ ਦਾ ਸੁਰਮਾ ਗੁਰੂ ਅੱਖਾਂ ਵਿੱਚ ਪਾਉਂਦਾ ਤੇ ਫਿਰ ਅੰਦਰ ਚਾਨਣ ਹੁੰਦਾ, ਫਿਰ ਕਿਤੇ ਜਾ ਕੇ ਜੀਵ ਨੂੰ ਗਿਆਨ ਦੇ ਉਸ ਸੁਰਮੇ ਸਦਕਾ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਦਿਸਣ ਲੱਗਦਾ, ਤੇ ਜਦੋਂ ਨੇਤਰਾਂ ਨਾਲ ਦਿਸਣ ਲੱਗਦਾ ਤੇ ਫਿਰ ਕਿਤੇ ਜਾ ਕੇ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਮਿਲਾਪ ਨੂੰ ਤੇ ਉਹਦੇ ਦਰਸ਼ਨਾਂ ਨੂੰ ਹਾਸਲ ਕਰਦਾ, ਜਿਹਨੂੰ ਸਾਹਿਬ ਆਖਦੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਹੁਣ ਚਾਨਣ ਤੇ ਇਸੇ ਤਰ੍ਹਾਂ ਹੀ ਹੈ, ਇਦੋਂ ਬਿਨਾਂ ਤੇ ਚਾਨਣ ਨਹੀਂ। ਹੈਰਾਨੀ ਦੀ ਗੱਲ ਹੈ, ਇੱਕ ਪਾਸੇ ਬਾਬਾ ਕਬੀਰ ਜੀ ਜੇ ਕਦੋਂ ਉਪਦੇਸ਼ ਦਿੰਦੇ ਤੇ ਉਹ ਉਪਦੇਸ਼ ਦਿੰਦਿਆਂ ਸਮਝਾਉਂਦੇ ਵੀ ਮੂਰਖਤਾਈ ਤੇ ਇਨਸਾਨ ਦੀ ਹੈ ਕਿ ਇਹਦੇ ਕੋਲ ਦੀਵਾ ਵੀ ਹੈ, ਉਹ ਦੀਵਾ ਬਲ ਵੀ ਰਿਹਾ, ਪਰ ਇਹ ਆਪਣੀ ਮੂਰਖਤਾਈ ਵਸ ਹੋਇਆ, ਫਿਰ ਖੂਹ ਵਿੱਚ ਜਾ ਕੇ ਡਿੱਗਦਾ। ਜਿਹਨੂੰ ਉਹਨਾਂ ਕਿਹਾ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਚਾਨਣ ਨਾ ਹੋਵੇ ਬੰਦਾ ਡਿੱਗਦਾ ਚੰਗਾ ਲੱਗਦਾ ਹੈ, ਰੌਸ਼ਨੀ ਨਾ ਹੋਵੇ ਬੰਦੇ ਨੂੰ ਠੋਕਰ ਲੱਗੇ ਬੰਦਾ ਡਿੱਗ ਪਏ, ਬਾਤ ਵੱਖਰੀ ਹੈ। ਪਰ ਹੱਥ ਵਿੱਚ ਦੀਵਾ ਬਲਿਆ ਹੋਇਆ, ਹੱਥ ਵਿੱਚ ਲੈ ਕੇ ਦੀਵਾ ਚਾਨਣ ਕੀਤਾ ਹੋਇਆ, ਰਸਤੇ ਉੱਤੇ ਸਭ ਕੁਝ ਨਜ਼ਰੀ ਪਿਆ ਪੈਂਦਾ ਹੈ, ਫਿਰ ਵੀ ਜਾ ਕੇ ਖੂਹ ਵਿੱਚ ਡਿੱਗਦਾ ਫਿਰੇ, ਤੇ ਫਿਰ ਅਸੀਂ ਤੇ ਇਹੀ ਕਵਾਂਗੇ ਨਾ ਹੈ ਹੀ ਅੰਨਾ, ਇਹਨੂੰ ਤੇ ਦਿਸਦਾ ਹੀ ਕੋਈ ਨਹੀਂ, ਉੱਥੇ ਚਾਨਣ ਕੀ ਕਰੇਗਾ। ਹੁਣ ਇੱਕ ਖਿਆਲ ਰੱਖੀਏ, ਜਿੰਨਾ ਚਿਰ ਦੀਵਾ ਕੋਲੇ ਹੈ, ਚਾਹੀਦਾ ਤੇ ਇਹ ਸੀ ਉਸ ਦੀਵੇ ਦੇ ਚਾਨਣ ਸਦਕਾ ਆਪਣੇ ਜੀਵਨ ਅੰਦਰ ਗਿਆਨ ਦੀ ਰੌਸ਼ਨੀ ਕਰ ਲੈਂਦੇ। ਇਹ ਕੋਈ ਅਤ ਕਥਨੀ ਨਹੀਂ ਜਿਹੜੀ ਗੁਰੂ ਭਗਤ ਕਬੀਰ ਸਾਹਿਬ ਜੀ ਨੇ ਆਖੀ ਵੀ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਇਹ ਕੋਈ ਅਤ ਕਥਨੀ ਨਹੀਂ ਹੈ। ਇਸ ਚੀਜ਼ ਨੂੰ ਜੇ ਅਸੀਂ ਅਨੁਭਵ ਕਰੀਏ ਤੇ ਸਾਡੀਆਂ ਜ਼ਿੰਦਗੀਆਂ ਵਿੱਚ ਅਸੀਂ ਇਸੇ ਤਰ੍ਹਾਂ ਹੀ ਕਰਦੇ ਹਾਂ। ਜੀਵਨ ਦੇ ਵਿੱਚ ਕੁਝ ਕਰਮ ਐਸੇ ਨੇ ਜਿਨ੍ਹਾਂ ਕਰਮਾਂ ਨੂੰ ਸਾਨੂੰ ਅਣਚਾਹੁੰਦਿਆਂ ਵੀ ਕਰਨਾ ਪੈਂਦਾ, ਨਾ ਚਾਹੁੰਦਿਆਂ ਹੋਇਆਂ ਵੀ ਕਰਨਾ ਪੈਂਦਾ ਹੈ। ਉਹ ਕਰਮਾਂ ਦਾ ਮਤਲਬ ਕੋਈ ਨਹੀਂ, ਉਹ ਕੰਮ ਦਾ ਮਤਲਬ ਕੋਈ ਨਹੀਂ ਹੈ, ਬਸ ਇਨਸਾਨ ਨੂੰ ਕਰਨਾ ਪੈਂਦਾ। ਉਹ ਕਰਨ ਦਾ ਕਾਰਨ ਵੀ ਸਮੇਂ ਪਿਛੋਕੜ ਤੋਂ ਚੱਲਦਾ ਆ ਰਿਹਾ, ਬਸ ਆਹ ਕਾਰਨ ਹੈ, ਇਸ ਤੋਂ ਵੱਧ ਕੇ ਕੋਈ ਕਾਰਨ ਨਹੀਂ। ਪਿਛੋਕੜ ਤੋਂ ਚੱਲਦਾ ਆ ਰਿਹਾ, ਉਹ ਤੋਂ ਬਿਨਾਂ ਕੋਈ ਕਾਰਨ ਨਹੀਂ ਉਹਦੇ ਉਸ ਕਰਮ ਨੂੰ ਕਰਨ ਦਾ।
ਪਿਛੋਕੜ ਤੋਂ ਚੱਲਦਾ ਆ ਰਿਹਾ ਸੀ। ਪਿਛੋਕੜ ਵਿੱਚ ਚੱਲਣ ਦਾ ਕੋਈ ਹੋਰ ਕਾਰਨ ਹੋ ਸਕਦਾ, ਕਿਸੇ ਹੋਰ ਕਾਰਨ ਕਰਕੇ ਉਹ ਕੰਮ ਕੀਤਾ ਜਾਂਦਾ ਹੋਵੇਗਾ, ਪਰ ਅੱਜ ਗਿਆਨ ਦਾ ਵਿਸਥਾਰ ਇੰਨਾ ਕੁ ਹੋ ਗਿਆ, ਅੱਜ ਉਸ ਕਰਮ ਦੀ ਲੋੜ ਨਹੀਂ ਹੈ। ਅੱਜ ਇਨਸਾਨ ਤਰੱਕੀ ਇੰਨੀ ਕੁ ਕਰ ਗਿਆ, ਅੱਜ ਉਹਨਾਂ ਕਰਮਾਂ ਦੀ ਜ਼ਰੂਰਤ ਨਹੀਂ ਹੈ। ਪਰ ਫਿਰ ਵੀ ਇਨਸਾਨ ਦੁਆਰਾ ਉਹ ਕਰਮ ਕੀਤੇ ਜਾ ਰਹੇ, ਦੁਹਰਾਏ ਜਾ ਰਹੇ ਨੇ। ਉਹ ਕੀਤੇ ਜਾ ਰਹੇ ਕਰਮ ਕੀ ਨੇ? ਅਗਿਆਨਤਾ। ਉਹ ਕੀਤੇ ਜਾ ਰਹੇ ਕਰਮ ਕੀ ਨੇ? ਹਾਥ ਦੀਪ ਕੂਏ ਪਰ ਹੈ। ਉਹ ਉਹੀ ਕਰਮ ਨੇ ਵੀ ਹੈ ਤੇ ਗਿਆਨ ਦਾ ਚਾਨਣ, ਪਤਾ ਵੀ ਹੈ ਵੀ ਆ ਜਿਹੜੇ ਕੰਮ ਕਰ ਰਹੇ ਆ ਇਹਨਾਂ ਦਾ ਲਾਭ ਕੋਈ ਨਹੀਂ, ਜਿਹੜਾ ਆ ਕਰਮ ਕਰਨ ਲੱਗੇ ਆ ਇਹਦੇ ਨਾਲ ਫਾਇਦਾ ਕੋਈ ਨਹੀਂ ਹੈ, ਜਾਂ ਇਹਦੇ ਨਾਲ ਲਾਭ ਕੋਈ ਨਹੀਂ, ਤੇ ਇਸ ਕੰਮ ਦਾ ਮਤਲਬ ਵੀ ਕੋਈ ਨਹੀਂ ਹੈ, ਬਸ ਇੱਕ ਰਿਵਾਜ ਵਜੋਂ ਅਸੀਂ ਕਰ ਰਹੇ ਹਾਂ। ਇਹ ਕੀ ਹੈ? ਹਾਥ ਦੀਪ ਕੂਏ ਪਰ ਹੈ। ਇਸੇ ਨੂੰ ਤੇ ਕਿਹਾ। ਉਹ ਥੋੜੀ ਵੀ ਹੱਥ ਵਿੱਚ ਦੀਵਾ, ਕਿਉਂਕਿ ਉੱਥੇ ਮਨ ਦੀ ਬਾਤ ਹੈ। ਮਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਮਨ ਜਾਣਦਾ ਵੀ ਇਹ ਕੰਮ ਜਿਹੜਾ ਕਰਨ ਲੱਗੇ ਆ ਇਹ ਕਰਨ ਵਾਲਾ ਨਹੀਂ, ਇਹ ਜਿਹੜਾ ਕੰਮ ਕੀਤਾ ਜਾਣ ਲੱਗਾ ਇਹ ਕਰਮ ਵਿਅਰਥ ਹੈ, ਇਹਦਾ ਲਾਹਾ ਕੋਈ ਨਹੀਂ, ਤੇ ਇਸ ਕੰਮ ਨੂੰ ਕਰਨ ਦਾ ਮਤਲਬ ਵੀ ਕੋਈ ਨਹੀਂ, ਪਰ ਬੰਦਾ ਫਿਰ ਵੀ ਕਰੀ ਜਾਏ ਸਿਰਫ ਇਸ ਕਾਰਨ ਕਰਕੇ ਜੀ ਪਿਛੋਕੜ ਤੋਂ ਚੱਲਦਾ ਆ ਰਿਹਾ। ਹਾਥ ਦੀਪ ਕੂਏ ਪਰ ਹੈ। ਸਾਹਿਬ ਜੀ ਨੇ ਇਸੇ ਕਰਕੇ ਅੱਜ ਸਾਨੂੰ ਸਮਝਾਉਂਦੇ ਆ ਆਖਿਆ ਕਿ ਅਸੀਂ ਆਪਣੇ ਜੀਵਨਾਂ ਦੇ ਵਿੱਚ ਕਿਵੇਂ ਜਿਹੜਾ ਅੰਦਰ ਗਿਆਨ ਦਾ ਚਾਨਣ ਹੈ ਉਹਨੂੰ ਕਰਨਾ, ਤੇ ਤੇਲ ਤੋਂ ਬਿਨਾਂ ਜਿਹੜਾ ਦੀਵਾ ਹੈ ਉਹਨੂੰ ਕਿਵੇਂ ਚਲਾਇਆ ਜਾ ਸਕਦਾ। ਫਿਰ ਅਗਾਂਹ ਜਾ ਕੇ ਸਤਿਗੁਰੂ ਜੀ ਇਸੇ ਸਵਾਲ ਦਾ ਜਵਾਬ ਵੀ ਆਪ ਦਿੰਦੇ ਵੀ ਕਿਹੜਾ ਦੀਵਾ, ਕਿਹੜੀ ਵੱਟੀ, ਕਿਹੜਾ ਤੇਲ, ਕਿਵੇਂ ਅੰਦਰ ਚਾਨਣ ਹੋਏਗਾ, ਕਿਵੇਂ ਫਿਰ ਉਸ ਪ੍ਰਭੂ ਜੀ ਦੇ, ਪਰਮੇਸ਼ਵਰ ਜੀ ਦੇ ਦੀਦਾਰ ਹੋਣਗੇ ਜਿਹੜਾ ਅੰਦਰ ਬੈਠਾ, ਜਿਹਨੂੰ ਅੱਜ ਤੱਕ ਵੇਖਣ ਤੋਂ ਅਸੀਂ ਅਸਮਰੱਥ ਹਾਂ। ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ ਰਹਾਉ। ਪਹਿਲੋਂ ਸਵਾਲ, ਫਿਰ ਸਤਿਗੁਰੂ ਜੀ ਨਾਲ ਹੁਣ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਇਹ ਤੇਲ ਦੀਵਾ ਇਉਂ ਜਲੈ। ਇਹ ਤੇਲ ਜਿਹੜਾ, ਇਹ ਦੀਵਾ ਜਿਹੜਾ ਹੈ ਨਾ, ਤੇਲ ਦੇ ਨਾਲ ਇਦਾਂ ਜਲੇਗਾ, ਇਦਾਂ ਬਲੇਗਾ, ਜਾਂ ਇਸ ਤਰੀਕੇ ਬਲਦਾ ਹੈ। ਕਰ ਚਾਨਣ, ਅੰਦਰ ਚਾਨਣ ਕਰ, ਸਾਹਿਬ ਤਉ ਮਿਲੈ, ਫਿਰ ਕਿਤੇ ਜਾ ਕੇ ਤੈਨੂੰ ਸਾਹਿਬ ਦਾ ਮਿਲਾਪ ਹੋਏਗਾ। ਇੱਕ ਨਾ ਬਾਬਾ ਕਬੀਰ ਜੀ ਦਾ ਬੜਾ ਪਿਆਰਾ ਸ਼ਬਦ ਹੈ, ਜਦੋਂ ਸਾਨੂੰ ਸਮਝਾਉਂਦੇ ਆ ਉਹ ਆਖਦੇ ਵੀ ਗਿਆਨ ਦੇ ਸਦਕਾ ਹੀ ਜੀਵ ਧਰਮ ਕਮਾਉਂਦਾ ਹੈ। ਅਗਿਆਨਤਾ ਵਸ ਹੋ ਕੇ ਜੀਵ ਧਰਮ ਨਹੀਂ ਕਮਾ ਸਕਦਾ। ਅਗਿਆਨੀ ਬੰਦਾ ਕਦੇ ਧਰਮ ਨਹੀਂ ਜੇ ਕਮਾ ਸਕਦਾ। ਇੱਥੇ ਗਿਆਨ ਜਾਂ ਅਗਿਆਨਤਾ ਸੰਸਾਰੀ ਤੌਰ ਤੇ ਨਹੀਂ ਮੈਂ ਜ਼ਿਕਰ ਕਰ ਰਿਹਾ, ਧਰਮ ਦੇ ਪ੍ਰਤੀ ਜ਼ਿਕਰ ਕਰ ਰਿਹਾ। ਚਾਹੇ ਬੰਦਾ ਸੰਸਾਰਕ ਤੌਰ ਤੇ ਅਨਪੜ੍ਹ ਹੈ, ਪਰ ਉਹਦੇ ਕੋਲ ਧਰਮ ਦਾ ਗਿਆਨ ਹੋਣਾ ਫਿਰ ਵੀ ਲਾਜ਼ਮੀ ਹੈ। ਤੇ ਜਿੰਨਾ ਚਿਰ ਧਰਮ ਦਾ ਗਿਆਨ ਨਹੀਂ, ਉਹਨਾਂ ਚਿਰ ਜੀਵ ਕਦੇ ਧਰਮੀ ਨਹੀਂ ਬਣ ਸਕਦਾ। ਧਰਮ ਦਾ ਗਿਆਨ ਨਾ ਹੋਣ ਕਰਕੇ ਉਹ ਸਿਰਫ ਭਟਕਣਾ ਵਿੱਚ ਤੇ ਪੈ ਸਕਦਾ ਹੈ, ਭਰਮ ਵਿੱਚ ਤੇ ਪੈ ਸਕਦਾ ਹੈ, ਰਸਤੇ ਤੋਂ ਖੁੰਝ ਤੇ ਸਕਦਾ ਹੈ, ਪਰ ਉਹ ਕਦੇ ਧਰਮ ਨਹੀਂ ਜੇ ਕਮਾ ਸਕਦਾ ਜਿੰਨਾ ਚਿਰ ਬੰਦੇ ਕੋਲ ਧਰਮ ਦਾ ਗਿਆਨ ਨਹੀਂ ਹੈ। ਇਸੇ ਕਰਕੇ ਬਾਬਾ ਕਬੀਰ ਜੀ ਨੇ ਜ਼ਿਕਰ ਕਰਦੇ ਆਖਿਆ, ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੈ ਨਾ, ਉੱਥੇ ਹੀ ਧਰਮ ਹੈ। ਗਿਆਨ ਤੋਂ ਬਿਨਾਂ ਧਰਮ ਨਹੀਂ। ਜੇ ਸਾਡੇ ਕੋਲ ਧਰਮ ਦਾ ਗਿਆਨ ਹੀ ਨਹੀਂ ਹੈ ਤੇ ਚੇਤਾ ਰੱਖਿਓ, ਸਾਨੂੰ ਹਰ ਇਨਸਾਨ ਆਪਣੀ ਮਰਜ਼ੀ ਦੇ ਨਾਲ, ਆਪਣੇ ਢੰਗ ਦੇ ਨਾਲ ਧਰਮ ਦੇ ਰਸਤੇ ਤੋਂ ਭਟਕਾ ਦੇਗਾ, ਕਿਉਂਕਿ ਸਾਡੇ ਕੋਲ ਧਰਮ ਦਾ ਗਿਆਨ ਹੀ ਨਹੀਂ ਹੈ। ਜਿਵੇਂ ਆਪਾਂ ਪਿਛੋਕੜ ਪੜਾਂਗੇ, ਭਾਰਤ ਦਾ ਇਤਿਹਾਸ ਪੜਾਂਗੇ, ਤੇ ਭਾਰਤ ਦੇ ਇਤਿਹਾਸ ਵਿੱਚ ਨਾ
ਧਰਮ ਦੇ ਜਿਹੜੇ ਆਗੂ ਸਨ, ਧਰਮ ਦੀ ਅਗਵਾਈ ਕਰਨ ਵਾਲੇ, ਉਹ ਚਾਹੇ ਅੱਜ ਵੀ ਅਸੀਂ ਗੱਲ ਕਰ ਲਈਏ, ਅੱਜ ਵੀ ਹਾਲਾਤ ਉਦਾਂ ਦੇ ਹੀ ਨੇ, ਪਰ ਉਸ ਵਕਤ ਜਿਹੜੀ ਮੈਂ ਬੇਨਤੀ ਆਪ ਜੀ ਅੱਗੇ ਕਰਨ ਲੱਗਿਆ ਵੀ ਉਦੋਂ ਨਾ ਉਹਨਾਂ ਨੇ ਧਰਮ ਦੀ ਭਾਸ਼ਾ ਨੂੰ ਵੀ ਮੁਕਰਰ ਕੀਤਾ ਹੋਇਆ ਸੀ ਵੀ ਆਹ ਧਰਮ ਦੀ ਭਾਸ਼ਾ ਹੈ, ਤੇ ਉਹਨਾਂ ਨੂੰ ਪੜ੍ਹਨ ਦਾ ਹੱਕ ਵੀ ਸਿਰਫ ਉਸ ਨੂੰ ਸੀ ਜਿਹੜਾ ਉੱਚ ਜਾਤੀ ਨਾਲ ਸੰਬੰਧ ਰੱਖਣ ਵਾਲਾ, ਦੂਜੇ ਨੂੰ ਨਹੀਂ। ਤੇ ਉਹ ਆਪਣੀ ਜਦੋਂ ਜੀਵਨ ਅੰਦਰ ਉਹਨੇ ਪੜ੍ਹਨਾ, ਉਹਨੇ ਗਿਆਨ ਇਕੱਠਾ ਕਰ ਲਿਆ, ਕਿਵੇਂ ਦਾ ਕੀਤਾ ਕਿਵੇਂ ਦਾ ਨਹੀਂ, ਇਹ ਆਮ ਇਨਸਾਨ ਨਹੀਂ ਸੀ ਜਾਣਦਾ, ਉਹੀ ਜਾਣਦਾ ਸੀ। ਫਿਰ ਉਹਨੇ ਜਦੋਂ ਸਮਾਜ ਵਿੱਚ ਵਿਚਰਨਾ ਤੇ ਸਮਾਜ ਦੇ ਲੋਕਾਂ ਨੂੰ ਉਹਨੇ ਧਰਮ ਦੀ ਬਾਤ ਸੁਣਾਉਣੀ। ਜਦੋਂ ਧਰਮ ਦੀ ਬਾਤ ਸੁਣਾਉਣੀ ਤੇ ਉਹਨੇ ਧਰਮ ਦੀ ਬਾਤ ਉਦਾਂ ਦੀ ਸੁਣਾਉਣੀ ਵੀ ਜਿਹਦੇ ਨਾਲ ਉਹਦਾ ਪੇਟ ਵੀ ਭਰਦਾ ਰਹੇ, ਉਹਦਾ ਤੋਰੀ ਫੁਲਕਾ ਵੀ ਚੱਲਦਾ ਰਹੇ, ਤੇ ਲੋਕੀ ਇਹ ਵੀ ਸੋਚੀ ਜਾਣ ਵੀ ਅਸੀਂ ਧਰਮ ਕਮਾ ਲਿਆ। ਸੱਚ ਤੇ ਇਹੀ ਸੀ। ਕਿਉਂ? ਉਦੋਂ ਲੋਕਾਂ ਕੋਲ ਗਿਆਨ ਨਹੀਂ ਸੀ। ਕਾਰਨ ਲੋਕਾਂ ਨੂੰ ਇਹ ਆਖਿਆ ਗਿਆ ਵੀ ਧਰਮ ਦੀ ਭਾਸ਼ਾ ਇੱਕ ਵੱਖਰੀ ਹੈ, ਉਹਨੂੰ ਦੇਵ ਭਾਸ਼ਾ ਵੀ ਕਿਹਾ ਗਿਆ, ਤੇ ਉਹ ਭਾਸ਼ਾ ਕੇਵਲ ਉੱਚ ਵਰਗ ਦੇ ਲੋਕ ਪੜ੍ਹ ਸਕਦੇ ਨੇ, ਦੂਜੇ ਨਹੀਂ। ਹੁਣ ਜਿਹੜੀ ਭਾਸ਼ਾ ਜਿੰਨੇ ਪੜ੍ਹੀ ਹੈ, ਉਹਦੀ ਨੌਲੇਜ, ਉਹਦਾ ਗਿਆਨ ਵੀ ਉਸੇ ਨੂੰ ਹੈ, ਉਹਦੇ ਅਰਥ ਕਿਵੇਂ ਕਰਨੇ, ਕਿੱਦਾਂ ਨਹੀਂ ਕਰਨੇ, ਇਹ ਵੀ ਉਹਦੇ ਉੱਤੇ ਨਿਰਭਰ ਕਰਦਾ ਹੈ। ਤੇ ਲੋਕ ਤੇ ਸੁਣਨ ਵਾਲੇ ਬੈਠਿਆਂ ਨੇ ਸੁਣਨਾ, ਉਹਨਾਂ ਨੂੰ ਜੋ ਕਹਤਾ ਉਹਨਾਂ ਮੰਨ ਲੈਣਾ। ਜਿਵੇਂ ਇਹਨੂੰ ਹੋਰ ਸੌਖਿਆਂ ਜਿਹਾ ਕਰਕੇ ਆਪਾਂ ਅਗਾਂਹ ਚੱਲਦੇ ਚਲੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੈ। ਜਿਹੜੇ ਪੜ੍ਹਦੇ ਨੇ ਮੁਬਾਰਕਬਾਦ, ਪੜ੍ਹਨ ਦੇ ਨਾਲ ਜਿਹੜੇ ਵਿਚਾਰ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ, ਜਿਹੜੇ ਗੁਰਬਾਣੀ ਪ੍ਰਤੀ ਗਿਆਨ ਰੱਖਦੇ ਉਹਨਾਂ ਨੂੰ ਵੀ ਮੁਬਾਰਕਬਾਦ। ਪਰ ਜਿਨ੍ਹਾਂ ਨੂੰ ਗੁਰਬਾਣੀ ਪ੍ਰਤੀ ਗਿਆਨ ਨਹੀਂ, ਜਾਂ ਇਉਂ ਕਹਿ ਲਈਏ ਵੀ ਜਿਨ੍ਹਾਂ ਨੇ ਕਦੇ ਗੁਰਬਾਣੀ ਨੂੰ ਪੜ੍ਹਿਆ ਹੀ ਨਹੀਂ, ਹੁਣ ਜਿਹੜੇ ਪੜ੍ਹਨ ਵਾਲੇ ਨੇ, ਪੜ੍ਹ ਕੇ ਸੁਣਾਉਣ ਵਾਲੇ ਨੇ, ਉਹ ਆਪਣੀ ਮਰਜ਼ੀ ਨਾਲ ਸੁਣਾਉਣਗੇ। ਜੇ ਗੁਰਬਾਣੀ ਦਾ ਗਿਆਨ ਹੁੰਦਾ ਤੇ ਅਸੀਂ ਪੜ੍ਹ ਕੇ ਸੁਣਾਉਣ ਵਾਲੇ ਨੂੰ ਸਵਾਲ ਕਰਦੇ। ਗੁਰਬਾਣੀ ਪ੍ਰਤੀ ਸਾਨੂੰ ਸੋਝੀ ਹੁੰਦੀ, ਗਿਆਨ ਹੁੰਦਾ, ਅਸੀਂ ਵਿਚਾਰ ਕੇ ਸੁਣਾਉਣ ਵਾਲੇ ਨੂੰ ਸਵਾਲ ਕਰਦੇ, ਪਰ ਗਿਆਨ ਹੀ ਨਹੀਂ ਹੈ। ਹੋਇਆ ਕੀ? ਜਿਹੜਾ ਪੜ੍ਹ ਕੇ ਸੁਣਾਉਣ ਵਾਲਾ ਸੀ ਉਹਨੇ ਜੋ ਸੁਣਾਇਆ ਅਸੀਂ ਮੰਨ ਲਿਆ, ਭਾਈ ਇਹਨੂੰ ਪਤਾ ਹੋਏਗਾ ਕਿਉਂਕਿ ਇਹ ਪੜ੍ਹਦਾ ਹੈ। ਅਸੀਂ ਤੇ ਆਹੀ ਸੋਚਿਆ ਨਾ। ਵਿਚਾਰ ਕੇ ਸੁਣਾਉਣ ਵਾਲੇ ਨੇ ਜੋ ਵਿਚਾਰ ਕੇ ਦੱਸਿਆ ਅਸੀਂ ਉਹ ਮੰਨ ਲਿਆ। ਕਿਉਂ ਜੀ? ਇਹ ਤੇ ਇਹ ਵਿਚਾਰਵਾਨ ਹੈ, ਇਹ ਵਿਦਿਆਵਾਨ ਹੈ, ਇਹਨੂੰ ਪਤਾ ਹੋਏਗਾ ਜੋ ਇਹ ਦੱਸ ਰਿਹਾ ਸੱਚ ਹੈ। ਹੋਇਆ ਕੀ? ਖਿਮਾ ਕਰਿਓ ਮੈਂ ਲਫ਼ਜ਼ ਵਰਤਣ ਲੱਗਿਆ, ਗੁਰਬਾਣੀ ਨੂੰ ਪੜ੍ਹ ਕੇ ਸੁਣਾਉਣ ਵਾਲੇ, ਗੁਰਬਾਣੀ ਨੂੰ ਵਿਚਾਰ ਕੇ ਸੁਣਾਉਣ ਵਾਲਿਆਂ ਨੇ ਗੁਰਬਾਣੀ ਦੇ ਅਰਥਾਂ ਦੀ ਵੀ ਅਨਰਥ ਕਰਕੇ ਜਦੋਂ ਸਾਨੂੰ ਸੁਣਾਏ ਅਸੀਂ ਮੰਨ ਕੇ ਬੈਠ ਗਏ। ਸਾਨੂੰ ਗਿਆਨ ਹੀ ਨਹੀਂ, ਸਾਨੂੰ ਸੋਝੀ ਨਹੀਂ ਹੈ। ਜੇ ਸੋਝੀ ਹੁੰਦੀ ਫਿਰ ਜਿਹੜਾ ਸਾਡੇ ਸਾਹਮਣੇ ਸੁਣਾਉਣ ਵਾਲਾ ਅਸੀਂ ਉਹਨੂੰ ਸਵਾਲ ਕਰਦੇ, ਭਾਈ ਤੂੰ ਕਿਸ ਢੰਗ ਨਾਲ ਕਿਵੇਂ ਸਾਨੂੰ ਸੁਣਾ ਰਿਹਾ? ਪਰ ਸਾਡੇ ਕੋਲ ਗਿਆਨ ਨਹੀਂ। ਜਿਵੇਂ ਹੁਣ ਹੋਰ ਸੌਖੇ ਜਿਹੇ ਰੂਪ 'ਚ ਜਿਹਨੇ ਜਪਜੀ ਪੜ੍ਹਿਆ ਹੀ ਨਹੀਂ ਹੈ, ਉਹਨੂੰ ਕੀ ਪਤਾ ਜਪਜੀ ਵਿੱਚ ਪੌੜੀਆਂ ਕਿੰਨੀਆਂ? ਜਿਸ ਇਨਸਾਨ ਨੇ ਜਪਜੀ ਦੀ ਬਾਣੀ ਦਾ ਅੱਜ ਤੱਕ ਪਾਠ ਨਹੀਂ ਕੀਤਾ, ਉਹਨੂੰ ਕੀ ਪਤਾ ਜਪਜੀ ਦੇ ਵਿੱਚ ਪੌੜੀਆਂ ਕਿੰਨੀਆਂ ਨੇ? ਉਹਨੂੰ ਦੱਸਣ ਵਾਲਾ ਭਾਵੇਂ 50 ਪੌੜੀਆਂ ਦੱਸ ਜਾਏ, ਦੱਸਣ ਵਾਲਾ ਭਾਵੇਂ 60 ਦੱਸ ਜਾਏ, ਦੱਸਣ ਵਾਲਾ ਭਾਵੇਂ 35 ਦੱਸ ਜਾਏ, ਦੱਸਣ ਵਾਲਾ ਭਾਵੇਂ ਉਹਨੂੰ 36 ਦੱਸ ਜਾਏ, ਤੇ ਹੋ ਸਕਦਾ ਦੱਸਣ ਵਾਲਾ ਕੋਈ ਇੱਕ ਦਾ ਭਲਾ ਵੀ ਹੋਵੇ ਜਿਹੜਾ ਆਖੇ ਸੱਜਣਾ ਜੇ ਤੈਨੂੰ ਨਹੀਂ ਪਤਾ ਆ ਮੈਂ ਦੱਸਦਾ, ਜਪਜੀ ਦੀਆਂ ਪੌੜੀਆਂ 38 ਨੇ। ਹੁਣ ਜਿਹਨੇ ਨਹੀਂ ਸੀ ਪੜ੍ਹਿਆ ਉਹਨੇ ਸਾਰੀਆਂ ਹੀ ਮੰਨ ਲੈਣੀਆਂ, ਉਹ ਤੇ 50 ਮੰਨਣ ਨੂੰ ਵੀ ਤਿਆਰ ਹੋ ਜਾਏਗਾ, ਕਿਉਂਕਿ ਕੋਈ ਗਿਆਨ ਨਹੀਂ ਹੈ ਕੋਲੇ।
ਤੇ ਜਿੰਨਾ ਚਿਰ ਕੋਲੇ ਗਿਆਨ ਨਹੀਂ ਹੈ ਉਹਨਾਂ ਚਿਰ ਅਸੀਂ ਕਦੇ ਧਰਮੀ ਨਹੀਂ ਬਣ ਸਕਦੇ। ਧਰਮ ਦੇ ਪ੍ਰਤੀ ਜਦੋਂ ਧਰਮੀ ਬਣਨ ਦੀ ਬਾਤ ਆਵੇ ਤੇ ਧਰਮ ਦੇ ਪ੍ਰਤੀ ਗਿਆਨ ਦਾ ਹੋਣਾ ਲਾਜ਼ਮੀ ਹੈ। ਤੇ ਜਿੰਨਾ ਚਿਰ ਸਾਡੇ ਕੋਲ ਧਰਮ ਦਾ ਗਿਆਨ ਨਹੀਂ ਉਹਨਾਂ ਚਿਰ ਅਸੀਂ ਧਰਮੀ ਨਹੀਂ। ਇਸ ਕਰਕੇ ਸਾਹਿਬ ਜੀ ਨੇ ਪਹਿਲੋਂ ਸਵਾਲ ਕੀਤਾ, ਬਿਨ ਤੇਲ ਦੀਵਾ ਕਿਉਂ ਜਲੈ? ਫਿਰ ਆਖਿਆ, ਕਹਿੰਦੇ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ। ਜਦੋਂ ਚਾਨਣ ਕਰੇਗਾ ਫਿਰ ਕਿਤੇ ਜਾ ਕੇ ਸਾਹਿਬ ਦਾ ਮੇਲ ਤੈਨੂੰ ਹੋਵੇਗਾ। ਅਛਲ ਛਲਾਈ ਨਹਿ ਛਲੈ, ਨਹਿ ਕਾਉ ਕਟਾਰਾ ਕਰ ਸਕੈ। ਜਿਉ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜਿਉ ਟਲ ਪਲੈ। ਅਛਲ ਛਲਾਈ ਨਹਿ ਛਲੈ। ਅਛਲ ਜਿਹਨੂੰ ਛਲਿਆ ਨਾ ਜਾ ਸਕੇ, ਛਲਾਈ ਛਲਣ ਵਾਲੀ ਜਿਹੜੀ ਹੈ, ਨਹ ਛਲੈ ਨਹੀਂ ਛਲੀ ਜਾਂਦੀ, ਨਹ ਘਾਓ ਕਟਾਰਾ ਕਰ ਸਕੈ, ਨਾ ਹੀ ਕਿਸੇ ਪ੍ਰਕਾਰ ਦਾ ਕੋਈ ਘਾਵ ਤੇ ਨਾ ਹੀ ਕੋਈ ਕਟਾਰ। ਸਤਿਗੁਰੂ ਜੀ ਕਹਿੰਦੇ ਮਾਇਆ ਜਿਹੜੀ ਹੈ ਨਾ ਇਹ ਅਛਲ ਹੈ। ਜੀਵ ਨਹੀਂ ਇਹਨੂੰ ਛਲ ਸਕਦਾ, ਇਹ ਜੀਵ ਨੂੰ ਛਲ ਰਹੀ ਹੈ। ਪਰ ਜੇ ਕਿਤੇ ਇਹ ਮਨੁੱਖ ਨੂੰ ਛਲਣ ਲੱਗੇ, ਹੁਣ ਮਨੁੱਖ ਵੀ ਦੋ ਤਰ੍ਹਾਂ ਦੇ, ਇੱਕ ਛਲੇ ਜਾਣ ਵਾਲੇ ਤੇ ਇੱਕ ਨਾ ਛਲੇ ਜਾਣ ਵਾਲੇ। ਤੇ ਇੱਥੇ ਗੱਲ ਉਹਨਾਂ ਦੀ ਚੱਲ ਰਹੀ ਹੈ ਜਿਨ੍ਹਾਂ ਨੇ ਆਪਣੇ ਅੰਦਰ ਦੀਵਾ ਬਾਲ ਲਿਆ, ਜਿਹੜੇ ਨਾ ਛਲੇ ਜਾਣ ਵਾਲੇ ਨੇ। ਕਹਿੰਦੇ ਅਛਲ ਛਲਾਈ ਨਹ ਛਲੈ, ਇਹ ਨਾ ਛਲੀ ਜਾਣ ਵਾਲੀ ਜਿਹੜੀ ਮਾਇਆ ਹੈ ਨਾ, ਜਦੋਂ ਇਹ ਮਨੁੱਖ ਨੂੰ ਛਲਣਾ ਚਾਵੇ ਫਿਰ ਨਹ ਛਲੈ ਨਹੀਂ ਛਲ ਸਕਦੀ। ਨਹ ਘਾਓ ਕਟਾਰਾ ਕਰ ਸਕੈ, ਤੇ ਨਾ ਹੀ ਇਹ ਕਿਸੇ ਮਨੁੱਖ ਨੂੰ ਕੋਈ ਜ਼ਖਮ, ਕੋਈ ਤਕਲੀਫ, ਕੋਈ ਦੁੱਖ ਦੇ ਸਕਦੀ ਹੈ। ਕਿਉਂ? ਕਿਉਂਕਿ ਜੀਵਨ ਅੰਦਰ ਨਾ ਮਨੁੱਖ ਨੇ ਇੱਕ ਉੱਚੀ ਅਵਸਥਾ ਨੂੰ ਹਾਸਲ ਕੀਤਾ, ਜਿੱਥੇ ਜਾ ਕੇ ਉਹ ਇਹ ਅਵਸਥਾ ਦਾ ਮਾਲਕ ਬਣਿਆ, ਜਿਉਂ ਸਾਹਿਬ ਰਾਖੈ ਤਿਉਂ ਰਹੈ। ਜਿਵੇਂ ਉਹਨੂੰ ਸਾਹਿਬ ਰੱਖਦਾ ਉਵੇਂ ਰਹਿ ਰਿਹਾ। ਪਰ ਇਸ ਲੋਭੀ ਕਾ ਜੀਉ ਟਲ ਪਲੈ। ਫਿਰ ਵੀ ਕਿਤੇ ਕਿਤੇ ਇਨਸਾਨ ਲੋਭ ਵਸ ਹੋਇਆ ਅਸੰਤੁਸ਼ਟ ਹੈ, ਸੰਤੁਸ਼ਟੀ ਕੋਲੇ ਨਹੀਂ। ਕਿਉਂਕਿ ਜੀਵ ਦਾ ਹਿਰਦਾ ਕੀ ਹੈ? ਲੋਭ ਵਿੱਚ ਹੈ। ਤੇ ਲੋਭੀ ਦਾ ਜੀ ਜਿਹੜਾ ਉਹ ਕਦੇ ਵੀ ਸੰਤੁਸ਼ਟ ਨਹੀਂ ਹੈ। ਲੋਭੀ ਤੇ ਕਦੇ ਰੱਜਿਆ ਹੀ ਨਹੀਂ ਹੈ ਨਾ। ਇਸੇ ਕਰਕੇ ਤੇ ਸਤਿਗੁਰੂ ਜੀ ਨੇ ਜਦੋਂ ਲੋਭੀ ਦੀ ਗੱਲ ਕੀਤੀ ਤੇ ਉਦੋਂ ਮਲਕ ਪਾਤਸ਼ਾਹ ਨੇ ਇੱਕ ਹਲਕੇ ਹੋਏ ਕੂਕਰ ਦੇ ਨਾਲ ਤੁਲਨਾ ਕੀਤੀ। ਸਤਿਗੁਰੂ ਕਹਿੰਦੇ ਜਿਉਂ ਕੂਕਰ ਹਰਕਾਇਆ, ਧਾਵੇ ਦਹ ਦਿਸ਼ ਜਾਏ, ਲੋਭੀ ਜੰਤ ਨ ਜਾਣਈ, ਭਖ ਅਭਖ ਸਭ ਖਾਏ। ਇੱਕ ਲਾਲਚੀ ਬੰਦੇ ਦਾ ਜੀਵਨ। ਜਦੋਂ ਲੋਭੀ ਦੀ ਬਾਤ ਕੀਤੀ ਤੇ ਸਾਹਿਬ ਜੀ ਕਹਿੰਦੇ ਲੋਭੀ ਬੰਦਾ ਭਖ ਅਭਖ ਸਭ ਕੁਝ ਖਾ ਰਿਹਾ ਹੈ। ਉਹਦੀ ਹਾਲਤ ਉਸ ਲਾਲਚੀ, ਉਸ ਹਲਕੇ ਹੋਏ ਕੁੱਤੇ ਵਰਗੀ ਹੈ, ਜਿਹੜਾ ਜਦੋਂ ਹਲਕ ਜਾਏ ਤੇ ਸਭ ਤੋਂ ਪਹਿਲਾਂ ਆਪਣੇ ਮਾਲਕ ਨੂੰ ਵੱਢਦਾ। ਮਨੁੱਖ ਨੂੰ ਜੇ ਮਾਇਆ ਛਲਣਾ ਚਾਵੇ ਤੇ ਛਲ ਨਹੀਂ ਸਕਦੀ। ਸਾਹਿਬ ਜਿਵੇਂ ਰੱਖਦਾ ਹੈ ਤਿਵੇਂ ਜੀਵ ਨੂੰ ਰਹਿਣਾ ਪੈਂਦਾ। ਮਾਲਕ ਜਿਵੇਂ ਰੱਖਦਾ ਉਵੇਂ ਮਨੁੱਖ ਨੂੰ ਰਹਿਣਾ ਪੈਂਦਾ। ਪਰ ਫਿਰ ਵੀ ਇਹ ਇਨਸਾਨ ਭੂਮੀਆਂ ਭੂਮ ਉਪਰ ਨਿਤ ਲੂਜੈ, ਛੋੜ ਚੱਲੈ ਤ੍ਰਿਸ਼ਨਾ ਨਹੀਂ ਬੂਝੈ। ਫਿਰ ਵੀ ਇਸ ਇਨਸਾਨ ਦੀ ਹਾਲਤ ਹੈ ਕਿ ਇਹ ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ। ਫਿਰ ਵੀ ਇਸ ਇਨਸਾਨ ਦੇ ਜੀਵਨ ਦੀ ਹਾਲਤ ਇਹ ਬਣ ਚੁੱਕੀ ਹੈ
10 वस्तु ले पाछे पावे, एक वस्त कारण बेखोट गवावे। एक पी ना दे 10 पी हिर ले, तो मूढ़ा कहो कहा करे। जिस ठाकुर स्यों नाही चारा, ताको कीजै सद नमस्कारा। चाहिदा ते ਇਹ ਸੀ, पर ਇਹਦੀ हालत ਇਹ बन चुकी है कि इस लोभी का जियो टल पलै। लोभ वस हो चुका ना, लालच वस हो चुका। ते जदों लालच वस हो गया, साहिब कहंदे हुण माया दे अधीन हो गया। माया दे अधीन होया, हुण कोशिश करदा है ਵੱਧ ਤੋਂ ਵੱਧ ਇਕੱਠੀ ਕਰਨ ਦੀ। ਸਤਿਗੁਰੂ ਨਾ ਇੱਕ ਬੜਾ ਪਿਆਰਾ ਬਚਨ ਆਖਦੇ, ਮਾਲਕ ਕਹਿੰਦੇ ਮੰਨ ਲੈਨੇ ਆ ਤੂੰ ਬਹੁਤ ਧਨ ਜੋੜਿਆ, ਪਰ ਇੱਕ ਗੱਲ ਦਾ ਜਵਾਬ ਦੇ ਵੀ ਜਦੋਂ ਧਨ ਜੋੜਦਾ ਤੂੰ ਦੁਆਵਾਂ ਨਾਲ ਜੋੜ ਰਿਹਾ ਕਿ ਬਦਦੁਆਵਾਂ ਨਾਲ ਜੋੜ ਰਿਹਾ? ਧਨ ਤੇ ਤੂੰ ਜੋੜ ਰਿਹਾ, तेरा जोड़िया धन तैनू मुबारक, पर इस गल का जवाब दे भी जेड़ी माया जेड़ा धन तो इकट्ठा कर रहे हैं, किते इकट्ठा करदे आ बददुआवां तां नहीं मिल रही, किसी दी दुर असीस मिलदी होवे। ते सतगुरु जी बकायदा जिक्र करदे हैं, दसदे कहंदे लैंदा बद दुआएं तू माया करें एकत। माया कट्ठी करी जाने, पर कट्ठी करदियां होया बददुआवां दा पता ही नहीं किड्डा क पहाड़ नाल तू खुद जोड़िया है। क्योंकि साहिब गुरु नानक पातशाह दा फैसला है, पापां बाजों होवे नाही मोया साथ ना जाई। ते जेड़ा पाप करके जोड़ रहा वो दुआवां कित्थों ले लेगा? जे ਅਸੀਂ ਕਿਸੇ ਗਰੀਬ ਦੀ ਦਿਹਾੜੀ ਰੱਖ ਕੇ, ਕਿਸੇ ਗਰੀਬ ਕੋਲ ਦਾ ਧਨ ਰੱਖ ਕੇ ਤੇ ਆਪਣੇ ਕੋਲ ਜੋੜ ਕੇ ਕਵਾਂਗੇ ਮੇਰੇ ਧਨ 'ਚ ਬੜਾ ਵਾਧਾ ਹੋ ਗਿਆ, ਉਹ ਸਾਨੂੰ ਅਸੀਸਾਂ ਦੇ ਕੇ ਜਾਏਗਾ? ਉਹ ਸਾਨੂੰ ਕਿੰਨੀਆਂ ਕੁ ਅਸੀਸਾਂ ਦੇ ਕੇ ਜਾਏਗਾ? ਉਹ ਕੀ ਆਖੇਗਾ ਵੀ ਤੇਰਾ ਭਲਾ ਹੋਵੇ? ਉਹ ਕਹੇਗਾ ਵੀ ਤੇਰੇ ਧਨ 'ਚ ਵਾਧਾ ਹੋਵੇ? ਉਹ ਕਹੇਗਾ ਵੀ ਮਾਲਕ ਤੇਰੇ ਘਰ 'ਚ ਸੁੱਖ ਦੇਵੇ? ਉਹ ਆਖੇਗਾ ਵੀ ਮਾਲਕ ਤੁਹਾਡੇ ਘਰ 'ਚ ਤੁਹਾਨੂੰ ਪ੍ਰਸੰਨਤਾ ਦੇ? ਕਦੇ ਵੀ ਨਹੀਂ ਹੋ ਸਕਦਾ। जिस गरीब का धन असी रखिया है, जिस गरीब की दौलत असी रखी है, वो ते जांदा इहो आखेगा भी तेरा कुछ भी ना रहे। वो ये नहीं आखेगा भी तेरे धन च वाधा होए, वो तो ये आखेगा भी तेरा नुकसान ही होवे, तेरे धन च कदे वाधा ना, तू कदे खुश ना रवे। किड्डियां बददुआवां दे के जाएगा। साहिब कहंदे लैंदा बद दुआएं तू माया करें एकत। इकट्ठी ते करी जाने, पर ਉਹ ਇਕੱਠੀ ਕਰਨ ਦੇ ਨਾਲ ਨਾਲ ਆਪਣਾ ਦੂਜਾ ਪੱਲਾ ਵੀ ਵੇਖ, ਉਹਦੇ ਵਿੱਚ ਕਿੰਨੀਆਂ ਬਦਦੁਆਵਾਂ ਭਰੀ ਬੈਠਾ ਤੂੰ। ਅਛਲ ਛਲਾਈ ਨਹ ਛਲੈ, ਨਹ ਘਾਓ ਕਟਾਰਾ ਕਰ ਸਕੈ। ज्यों साहिब रखै त्यों रखै, इस लोभी का जियो टल पलै। पर लोभ वश होए जीव दा चित जेड़ा वो डोल जांदा है। लोभ वश होए जीव दे चित दी हालत कबहूं जीड़ा ऊब चढ़त है, कबहूं जाए प्याले। कदे ते बड़ा उच्चा चढ़ जांदा, कदे बिल्कुल पाताल विच चले जांदा है। क्योंकि स्थिरता नहीं है। स्थिरता तो उदण होएगी जिदण जिंदगी विचों लोभ मुकेगा, पर जिन्ना चिर लोभ नहीं मुकदा उन्ना चिर ते हालत ऐसी रहेगी। इस लोभी का जियो टल पलै। मालक कहंदे भाई लोभ वश होया इंसान दा चित कदे भी एक जगह ते स्थिरता नहीं पाउंदा। पोथी पुराण कमाईऐ, पौ वटी इत तन पाईऐ। सच बूझण आण जलाईऐ।
ਦੀਵਾ ਬਲਣਾ ਕਿਵੇਂ ਸੀ, ਕਿਹੜਾ ਤੇਲ ਪਾਉਣਾ, ਕਿਹੜੀ ਵੱਟੀ ਪਾਉਣੀ, ਕਿਹੜੀ ਇਹਨੂੰ ਫਿਰ ਚੁਆਤੀ ਲਾਉਣੀ, ਅੱਗ ਲਾਉਣੀ ਜਿਹਦੇ ਨਾਲ ਇਹਨੇ ਚਾਨਣ ਕਰਨਾ। ਸਤਿਗੁਰੂ ਕਹਿੰਦੇ ਪੋਥੀ ਪੁਰਾਨ ਕਮਾਈਐ, ਧਾਰਮਿਕ ਪੁਸਤਕਾਂ ਦਾ ਗਿਆਨ, ਧਾਰਮਿਕ ਪੁਸਤਕਾਂ ਦੀ ਸਿੱਖਿਆ, ਉਪਦੇਸ਼ ਦਾ ਤੇਲ। ਭਉ ਵੱਟੀ ਇਤ ਤਨ ਪਾਈਐ, ਫਿਰ ਰੱਬ ਦੇ ਨਿਰਮਲ ਭਉ ਦੀ ਵੱਟੀ ਪਾਉਣੀ ਇਸ ਦੀਵੇ ਵਿੱਚ। ਸੱਚ ਬੂਝਣ ਆਣ ਜਲਾਈਐ, ਫਿਰ ਸੱਚੇ ਗਿਆਨ ਦੀ ਚੁਆਤੀ ਲੈ ਕੇ, ਤੀਲੀ ਲੈ ਕੇ, ਮਾਚਿਸ ਲੈ ਕੇ, ਕੋਈ ਵੀ ਜਿਹਦੇ ਨਾਲ ਅੱਗ ਲਾਈ ਜਾ ਸਕੇ, ਸੱਚੇ ਗਿਆਨ ਦੀ ਤੀਲੀ ਲੈ ਕੇ ਫਿਰ ਇਸ ਵੱਟੀ ਨੂੰ ਅੱਗ ਲਾਉਣੀ ਜਿਹੜੀ ਨਿਰਮਲ ਭਉ ਦੀ ਵੱਟੀ ਦੀਵੇ ਵਿੱਚ ਪਾਈ ਹੈ। ਜਦੋਂ ਉਹ ਨਿਰਮਲ ਭਉ ਦੀ ਵੱਟੀ ਨੂੰ ਅੱਗ ਲੱਗੇਗੀ ਸੱਚੇ ਗਿਆਨ ਦੀ, ਫਿਰ ਕੀ ਹੋਏਗਾ? ਉਸ ਸੱਚੇ ਗਿਆਨ ਦੇ ਸਦਕਾ ਜੀਵ ਦੇ ਜੀਵਨ ਵਿੱਚ ਚਾਨਣ ਹੈ। ਹੁਣ ਚਾਨਣ ਦੇਣ ਲਈ ਸਭ ਤੋਂ ਪਹਿਲਾਂ ਜਿਹੜੀ ਭੂਮਿਕਾ ਉਹ ਕਿੰਨੇ ਨਿਭਾਈ? ਤੇਲ ਨੇ। ਤੇ ਤੇਲ ਕਿਹੜਾ? ਧਾਰਮਿਕ ਪੁਸਤਕਾਂ ਦਾ ਉਪਦੇਸ਼। ਜਦੋਂ ਸੱਚ ਦਾ ਗਿਆਨ, ਰੱਬ ਜੀ ਦਾ ਗਿਆਨ ਰੂਪ ਅੰਦਰ ਚਾਨਣ, ਅੰਦਰ ਰੌਸ਼ਨੀ ਬਾਲੇਗਾ, ਤੇ ਧਾਰਮਿਕ ਪੁਸਤਕਾਂ ਫਿਰ ਕੀ ਕਰਨ? ਜਿਹੜਾ ਉਹਨਾਂ ਦਾ ਉਪਦੇਸ਼ ਹੈ ਨਾ, ਉਹ ਉਪਦੇਸ਼ ਫਿਰ ਸਾਨੂੰ ਅਸਲ ਵਿੱਚ ਮਾਰਗ ਦਰਸ਼ਕ ਬਣ ਕੇ ਸਾਨੂੰ ਵਿਖਾਏਗਾ ਵੀ ਆਹ ਉਪਦੇਸ਼ ਇਸ ਢੰਗ ਨਾਲ ਹੈ, ਪਰ ਤੂੰ ਇਸ ਤਰੀਕੇ ਨਾਲ ਸੁਣਦਾ ਰਿਹਾ। ਸੁਣਾਉਣ ਵਾਲੇ ਨੇ ਤੇ ਆਪਣੀ ਮਰਜ਼ੀ ਨਾਲ ਹੀ ਸੁਣਾਉਣਾ ਨਾ। ਜਿਵੇਂ ਇੱਕ ਉਪਦੇਸ਼ ਦਿੱਤਾ ਜਾਂਦਾ ਸੀ ਕਿ ਸਿਰ ਉੱਤੇ ਜੇ ਆਰਾ ਰੱਖ ਕੇ ਚਰਵਾ ਲਈਏ ਆਪਣੇ ਆਪ ਨੂੰ ਤੇ ਮੁਕਤੀ ਮਿਲ ਜਾਂਦੀ, ਜਿਹਨੂੰ ਸਤਿਗੁਰੂ ਜੀ ਕਹਿੰਦੇ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲੱਖ ਯਤਨ ਕਰਾਏ। ਧੰਨ ਗੁਰੂ ਅਰਜਨ ਸਾਹਿਬ ਜੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਇੱਕ ਉਪਦੇਸ਼ ਦਿੱਤਾ ਗਿਆ ਸੁਣਾਉਣ ਵਾਲੇ ਵੱਲੋਂ ਵੀ ਜੇ ਤੂੰ ਮੁਕਤੀ ਚਾਹੁੰਦਾ ਤੇ ਤੀਰਥ ਤੇ ਜਾ ਕੇ ਵਸ ਜਾ ਤੇ ਆਪਣੇ ਆਪ ਨੂੰ ਆਰੇ ਨਾਲ ਚਿਰਵਾ ਲਾ। ਸੁਣ ਲਿਆ ਇਹ। ਹੁਣ ਆਪ ਪੜ੍ਹਿਆ ਧਾਰਮਿਕ ਪੁਸਤਕਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਆਪ ਪੜ੍ਹਿਆ। ਪਹਿਲਾਂ ਸੁਣਿਆ ਸੀ ਵੀ ਧਾਰਮਿਕ ਗ੍ਰੰਥ ਇਹ ਕਹਿੰਦੇ ਨੇ, ਪਰ ਹੁਣ ਸੁਣੇ ਸੁਣਾਏ ਤੇ ਭਰੋਸਾ ਨਹੀਂ। ਹੁਣ ਆਪ ਪੜ੍ਹਿਆ ਧਾਰਮਿਕ ਗ੍ਰੰਥ ਨੂੰ। ਧਾਰਮਿਕ ਗ੍ਰੰਥ ਨੂੰ ਪੜ੍ਹਦਿਆਂ ਰੱਬ ਦੇ ਪ੍ਰਤੀ ਇੱਕ ਨਿਰਮਲ ਭਾਉ ਰੱਖ ਲਿਆ ਅੰਦਰ। ਰੱਬ ਵੇਖ ਰਿਹਾ। ਜਦੋਂ ਰੱਬ ਦੇ ਪ੍ਰਤੀ ਨਿਰਮਲ ਭਾਉ ਰੱਖਿਆ ਗਿਆ ਤੇ ਸਤਿਗੁਰੂ ਕਹਿੰਦੇ ਫਿਰ ਕੀ ਹੋਇਆ? ਇੱਕ ਗਿਆਨ ਦੀ ਚੁਆਤੀ ਲੱਗੀ ਅੰਦਰ, ਚਿੰਗਾਰੀ ਲੱਗੀ ਅੰਦਰ। ਉਹ ਗਿਆਨ ਦੀ ਚਿੰਗਾਰੀ ਨੇ ਭਾਉ ਦੀ ਵੱਟੀ ਨੂੰ ਇੰਨਾ ਕੁ ਬਾਲਿਆ ਕਿ ਉਪਦੇਸ਼ ਜੋ ਪੜ੍ਹੇ ਸਨ ਨਾ ਉਹ ਸਾਖਸ਼ਾਤ ਸਾਹਮਣੇ ਆ ਗਏ। ਫਿਰ ਸਮਝ ਲੱਗੀ ਸੁਣਾਉਣ ਵਾਲਾ ਤੇ ਆਪਣੀ ਸੁਣਾ ਕੇ ਗਿਆ, ਉਪਦੇਸ਼ ਥੋੜੀ ਦੇ ਕੇ ਗਿਆ। ਉਹਨੇ ਤੇ ਭਰਮ ਵਿੱਚ ਪਾਇਆ ਹੈ, ਭਰਮ ਤੋਂ ਕੱਢਿਆ ਨਹੀਂ, ਉਹਨੇ ਭਰਮਾਇਆ ਹੈ। ਪਰ ਕਦੋਂ ਪਤਾ ਲੱਗੇਗਾ? ਜਦੋਂ ਆਪ ਪੜਾਂਗੇ ਗੁਰਬਾਣੀ ਨੂੰ, ਆਪ ਸਮਝਾਂਗੇ ਗੁਰਬਾਣੀ ਨੂੰ, ਔਰ ਗੁਰਬਾਣੀ ਦੇ ਅਰਥਾਂ ਨੂੰ ਜਦੋਂ ਆਪ ਵਿਚਾਰਾਂਗੇ ਨਾ, ਫਿਰ ਜਾ ਕੇ ਪਤਾ ਲੱਗੇਗਾ ਕਿ ਗੁਰਬਾਣੀ ਸਾਨੂੰ ਉਪਦੇਸ਼ ਕੀ ਦੇ ਰਹੀ ਤੇ ਸਮਝਾਉਣਾ ਕੀ ਚਾਹੁੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਇਸ ਤਰੀਕੇ ਚੱਲੇਗਾ ਨਾ ਸੱਜਣਾ, ਫਿਰ ਕਿਤੇ ਜਾ ਕੇ ਇਹ ਜਿਹੜਾ ਦੀਵਾ ਨਾ ਇਹ ਬਲਦਾ ਤੇ ਜੀਵ ਦੇ ਅੰਦਰ ਚਾਨਣ ਹੁੰਦਾ। ਜਦੋਂ ਗਿਆਨ ਦਾ ਚਾਨਣ ਹੁੰਦਾ ਤੇ ਫਿਰ ਜਾ ਕੇ ਜੀਵ ਦਾ ਸਾਹਿਬ ਨਾਲ ਮਿਲਾਪ ਹੁੰਦਾ ਹੈ।
ਇਤ ਤਨ ਲਾਗੈ ਬਾਣੀਆ ਸੁਖ ਹੋਵੈ ਸੇਵ ਕਮਾਣੀਆ ਸਭ ਦੁਨੀਆ ਆਵਣ ਜਾਣੀਆ ਇਤ ਤਨ ਲਾਗੈ ਬਾਣੀਆਂ। ਬਾਣੀਆਂ ਤੋਂ ਭਾਵ ਇੱਥੇ ਗੁਰੂ ਉਪਦੇਸ਼। ਇਤ ਤਨ ਲਾਗੈ, ਜਦੋਂ ਇਸ ਤਨ ਵਿੱਚ ਨੰਨੇ ਨੂੰ ਸਿਹਾਰੀ ਲਾਗੈ ਬਾਣੀਆਂ, ਜਦੋਂ ਗੁਰੂ ਦਾ ਉਪਦੇਸ਼ ਲੱਗ ਗਿਆ, ਜਾਂ ਇਉਂ ਕਹਿ ਲਈਏ ਜਦੋਂ ਜੀਵ ਗੁਰੂ ਕੇ ਉਪਦੇਸ਼ ਨੂੰ ਕਮਾਉਣ ਲੱਗ ਪਿਆ। ਸੁਖ ਹੋਵੇ ਸੇਵ ਕਮਾਣੀਆਂ। ਫਿਰ ਗੁਰੂ ਨੂੰ ਸੇਵਦਾ ਹੋਇਆ ਕੀ ਪਾਉਂਦਾ ਹੈ? ਸੁਖ। ਸੇਵ ਕਰਦਾ ਹੋਇਆ, ਸੇਵਾ ਕਮਾਉਂਦਾ ਹੋਇਆ। ਸੇਵਾ ਭਾਵੇਂ ਦੋਵੇਂ ਇੱਥੇ ਸੇਵ ਤੋਂ ਅਰਥ ਭਾਵੇਂ ਦੋਵੇਂ ਰੂਪਾਂ ਵਿੱਚ ਕਰ ਲਈਏ। ਸੇਵ ਤੋਂ ਮਤਲਬ ਚੇਤਾ ਕਰਨਾ, ਚਿੰਤਨ ਕਰਨਾ, ਸੇਵਣਾ, ਤੇ ਸੇਵ ਤੋਂ ਭਾਵ ਸੇਵਾ ਕਰਨੀ। ਸੁਖ ਹੋਵੇ, ਦੋਵਾਂ ਤਰੀਕਿਆਂ ਨਾਲ ਹੀ ਸੁਖ ਹੈ। ਚਾਹੇ ਚਿੰਤਨ ਦੀ ਬਾਤ ਕਰ ਲਓ ਤੇ ਚਾਹੇ ਹੱਥੀਂ ਸੇਵਾ ਦੀ ਗੱਲ ਕਰ ਲਈਏ। ਸਭ ਦੁਨੀਆ ਆਵਣ ਜਾਣੀ ਆ। ਫਿਰ ਪਤਾ ਲੱਗੇਗਾ ਵੀ ਸਾਰੀ ਦੀ ਸਾਰੀ ਦੁਨੀਆ ਜਿਹੜੀ ਉਹ ਆਉਣੀ ਤੇ ਜਾਣੀ ਹੈ। ਇਹ ਤੇ ਇੱਕ ਖੇਡ ਹੈ, ਇਹ ਤੇ ਰੱਬ ਦਾ ਬਣਾਇਆ ਇੱਕ ਅਟੱਲ ਨਿਯਮ ਹੈ ਕਿ ਦੁਨੀਆ ਦੇ ਉੱਤੇ ਆਉਣ ਜਾਣ ਦੁਨੀਆ ਦਾ ਚੱਲ ਰਿਹਾ। ਸੰਸਾਰ ਉੱਤੇ ਆਉਣੀ ਜਾਣੀ ਚੱਲ ਰਹੀ ਹੈ। ਸਾਰੀ ਦੁਨੀਆ ਆਉਣ ਜਾਣ ਦੇ ਖੇਡ ਵਿੱਚ ਹੈ। ਪਰ ਇਸ ਗੱਲ ਦੀ ਸਮਝ ਕਦੋਂ ਲੱਗੇਗੀ? ਇਤ ਤਨ ਲਾਗੈ ਬਾਣੀਆ, ਜਿੱਦਣ ਇਸ ਤਨ ਵਿੱਚ ਬਾਣੀ ਦਾ ਉਪਦੇਸ਼ ਹੋਏਗਾ। ਗੁਰੂ ਦਾ ਉਪਦੇਸ਼ ਜਦੋਂ ਹੋਏਗਾ ਤੇ ਗੁਰੂ ਦੇ ਉਪਦੇਸ਼ ਸਦਕਾ ਸਮਝ ਲੱਗੇਗੀ ਸੁਖ ਹੋਵੇ ਸੇਵ ਕਮਾਣੀਆ। ਕਿਉਂਕਿ ਅਗਿਆਨਤਾ ਕਰਕੇ ਦੁੱਖ ਬਹੁਤ ਖੱਟਿਆ, ਹਨੇਰੇ ਕਰਕੇ ਦੁਖੀ ਬਹੁਤ ਹੋਏ। ਘਰ ਵਿੱਚ ਹਨੇਰਾ ਹੋ ਜਾਏ ਤੇ ਹਨੇਰੇ ਕਰਕੇ ਕਿੰਨੇ ਦੁੱਖ ਤੇ ਕਿੰਨੀਆਂ ਤਕਲੀਫਾਂ ਝੱਲਣੀਆਂ ਪੈਂਦੀਆਂ। ਹਾਲਾਂਕਿ ਨਿਤਾ ਪ੍ਰਤੀ ਘਰ ਵਿੱਚ ਵਿਚਰਦੇ ਆ, ਨਿਤਾ ਪ੍ਰਤੀ, ਪਰ ਫਿਰ ਵੀ ਘਰ ਵਿੱਚ ਵਿਚਰਦਿਆਂ ਹੋਇਆਂ ਹਨੇਰੇ ਕਰਕੇ ਲਾਈਟ ਚਲੀ ਜਾਏ, ਘਰ ਦੇ ਵਿੱਚ ਇਨਵੇਟਰ ਦਾ ਪ੍ਰਬੰਧ ਹੋਵੇ, ਇਨਵੇਟਰ ਤੱਕ ਵੀ ਮੁੱਕ ਜਾਏ ਤੇ ਕੀ ਹੋ ਗਿਆ? ਹਨੇਰਾ ਹੀ ਹਨੇਰਾ। ਹੁਣ ਉਸ ਹਨੇਰੇ ਕਰਕੇ ਦੁੱਖ ਕਿੰਨਾ? ਕੋਈ ਕੰਮਕਾਰ ਕਰਨ ਨੂੰ ਤਿਆਰ ਨਹੀਂ ਹੈ। ਕਿਉਂ? ਦਿਸਦਾ ਕੁਛ ਨਹੀਂ। ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਘਰ ਦੇ ਵਿੱਚ, ਕਾਰਨ ਦਿਸ ਕੁਝ ਨਹੀਂ ਰਿਹਾ। ਦੁਖੀ ਬੈਠੇ ਨੇ ਸਾਰੇ, ਤਕਲੀਫ ਵਿੱਚ ਨੇ। ਸਿਰਫ ਇਹੋ ਕਹਿ ਰਹੇ ਨੇ ਵੀ ਕਿਸੇ ਪ੍ਰਕਾਰ ਲਾਈਟ ਆਵੇ ਤੇ ਘਰ ਵਿੱਚ ਚਾਨਣ ਹੋਵੇ। ਤੇ ਜਿਹੜਾ ਬੰਦਾ ਆਪਣੇ ਜੀਵਨ ਵਿੱਚ ਅਗਿਆਨਤਾ ਦੇ ਹਨੇਰੇ ਵਿੱਚ ਬੈਠਾ ਦੁਖੀ ਬੈਠਾ ਹੈ, ਜਿੱਦਣ ਉਹਦੇ ਜ਼ਿੰਦਗੀ ਵਿੱਚ ਗਿਆਨ ਦਾ ਚਾਨਣ ਹੋਏਗਾ ਤੇ ਸੁਖ ਹੋਵੇ ਸੇਵ ਕਮਾਣੀਆਂ। ਇੱਥੇ ਕਹਿ ਸਕਦੇ ਹਾਂ ਵੀ ਸੁਖ ਹੋਇਆ ਜਦੋਂ ਗੁਰੂ ਨੂੰ ਸੇਵਿਆ, ਗੁਰੂ ਨੂੰ ਚੇਤੇ ਕੀਤਾ ਤੇ ਅੰਦਰ ਕੀ ਚੱਲ ਰਿਹਾ? ਹੁਣ ਗਿਆਨ ਦੇ ਚਾਨਣ ਦਾ ਦੀਵਾ। ਉਹ ਦੀਵੇ ਨੇ ਕੀ ਕੀਤਾ? ਚਾਨਣ। ਉਹ ਚਾਨਣ ਸਦਕਾ ਹੁਣ ਕੀ ਹੋਇਆ? ਜਿਹੜਾ ਅਗਿਆਨਤਾ ਦੇ ਹਨੇਰੇ ਕਰਕੇ ਦੁਖੀ ਸਾਂ, ਉਹ ਅਗਿਆਨਤਾ ਦਾ ਹਨੇਰਾ ਖਤਮ ਹੋਇਆ, ਗਿਆਨ ਦਾ ਚਾਨਣ ਹੋਇਆ, ਦੁੱਖ ਚਲੇ ਗਿਆ, ਸੁਖ ਜੀਵਨ ਵਿੱਚ ਆ ਵਸਿਆ। ਸੁਖ ਜੀਵਨ ਵਿੱਚ ਆ ਗਿਆ। ਤੇ ਸਾਹਿਬ ਕਹਿੰਦੇ ਸਗੋਂ ਗੁਰੂ ਉਪਦੇਸ਼ ਸਦਕਾ ਇਸ ਗੱਲ ਦੀ ਵੀ ਸੋਝੀ ਆ ਗਈ, ਸਭ ਦੁਨੀਆ ਆਵਣ ਜਾਣੀਆ, ਕਿ ਇਹ ਸਾਰੇ ਦਾ ਸਾਰਾ ਸੰਸਾਰ ਜਿਹੜਾ ਆਉਣ ਔਰ ਜਾਣ ਦੀ ਖੇਡ ਹੈ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਾਹ ਬੈਸਣ ਪਾਈਐ। ਕਹੋ ਨਾਨਕ ਬਾਹਾ ਲੁੜਾਈਐ। ਇਸ ਗੱਲ ਨੂੰ ਜਦੋਂ ਅਸੀਂ ਪੱਲੇ ਨਾਲ ਬੰਨ੍ਹ ਲਾਂਗੇ ਨਾ, ਤੇ ਚੇਤੇ ਰੱਖਿਓ ਸਮਾਜ ਦੀ ਨੁਹਾਰ ਬਦਲ ਜਾਏਗੀ। ਅਜੇ ਅਸੀਂ ਸੁੱਖ ਲੱਭ ਰਹੇ ਹਾਂ ਆਪਣੇ ਆਪ ਚੋਂ, ਆਪਣੇ ਤੱਕ। ਅਜੇ ਤੱਕ ਅਸੀਂ ਇਹ ਸੋਚ ਰਹੇ ਹਾਂ ਵੀ ਆਪਣਾ
ਕਾਰਜ ਸਫਲ ਹੋਣਾ ਚਾਹੀਦਾ ਹੈ, ਪ੍ਰਸੰਨਤਾ ਤੇ ਆਪੇ ਹੀ ਆ ਜਾਣੀ। ਪਰ ਗੁਰੂ ਨਾਨਕ ਸਾਹਿਬ ਦਾ ਫੈਸਲਾ ਜਿਹੜਾ ਉਹ ਬਿਲਕੁਲ ਸਾਡੀ ਸੋਚ ਤੋਂ ਉਲਟ ਹੈ, ਓਪੋਜ਼ਿਟ ਹੈ। ਗੁਰੂ ਸਾਹਿਬ ਕਹਿੰਦੇ ਤੂੰ ਆਪਣੇ ਤੱਕ ਸੀਮਤ ਨਾ ਰਹਿ, ਤੂੰ ਸੰਸਾਰ ਦੇ ਲੋਕਾਂ ਤੱਕ ਪਹੁੰਚ ਕਰ, ਦੁਨੀਆ ਤੱਕ ਪਹੁੰਚ ਕਰ। ਔਰ ਦੁਨੀਆ ਤੱਕ ਪਹੁੰਚ ਇਹ ਨਹੀਂ ਕਰਨੀ ਵੀ ਤੂੰ ਆਖੇ ਅੱਜ ਸਾਰੀ ਦੁਨੀਆ ਮੈਨੂੰ ਜਾਣਦੀ ਹੈ, ਏਦਾਂ ਨਹੀਂ। ਦੁਨੀਆ ਤੱਕ ਪਹੁੰਚ ਕਰਨੀ ਸੇਵਾ ਰੂਪ ਵਿੱਚ ਦੁਨੀਆ ਸੇਵ ਕਮਾਈ ਹੈ, ਏਦਾਂ ਪਹੁੰਚ ਕਰਨੀ। ਜਿਹਨੂੰ ਇਉਂ ਕਹਿ ਸਕਦੇ ਆ ਕਿ ਲੋੜਵੰਦ ਦਿਸਿਆ ਤੇ ਲੋੜਵੰਦ ਵੇਖ ਕੇ ਮੁੱਖ ਨਾ ਫੇਰੀ। ਲੋੜਵੰਦ ਨਜ਼ਰ ਆਇਆ ਤੇ ਤੇਰਾ ਮੁੱਖ ਫਿਰਨਾ ਨਹੀਂ ਚਾਹੀਦਾ, ਸਗੋਂ ਉਹਦੇ ਨਜ਼ਦੀਕ ਹੋਣਾ ਚਾਹੀਦਾ। ਤੈਨੂੰ ਤੂੰ ਉਹਦੇ ਦੁੱਖ ਨੂੰ, ਉਹਦੀ ਤਕਲੀਫ ਨੂੰ ਸੁਣ, ਉਹਦਾ ਦੁੱਖ ਉਹਦੀ ਤਕਲੀਫ ਸੁਣੇ। ਨਹੀਂ ਚੰਗੇ ਢੰਗ ਨਾਲ ਸਹਾਇਤਾ ਕਰ ਸਕਦਾ, ਜਿੰਨੀ ਤੇਰੀ ਸਮਰੱਥ ਹੈ ਉਨੀ ਤੇ ਮਦਦ ਕਰ। ਆਜੇ ਵਿੱਚ ਦੁਨੀਆ ਸੇਵ ਕਮਾਈ ਹੈ। ਹੋ ਸਕਦਾ ਉਹਦੀ ਮੁਸ਼ਕਲ ਬਹੁਤ ਵੱਡੀ ਹੋਵੇ ਤੇ ਅਸੀਂ ਉਹਦੀ ਮੁਸ਼ਕਲ ਦਾ ਹੱਲ ਨਹੀਂ ਕਰ ਸਕਦੇ, ਪਰ ਕਿਤੇ ਨਾ ਕਿਤੇ ਉਹਦੇ ਸਹਾਇਕ ਤੇ ਹੋ ਸਕਦੇ ਹਨ। ਰਤਾ ਮਾਤਰ ਹੀ ਉਹਦੇ ਸਹਾਇਕ ਬਣ ਜਾਈਏ। ਜਾਂ ਉਹਦੀ ਮੁਸ਼ਕਲ ਬਹੁਤ ਵੱਡੀ ਹੈ, ਸਾਡੇ ਕੋਲ ਸੋਲਿਊਸ਼ਨ ਨਹੀਂ, ਅਸੀਂ ਉਹਨੂੰ ਰਾਹ ਤੇ ਦੱਸ ਸਕਦੇ ਹਾਂ ਨਾ ਵੀ ਸੱਜਣਾ ਇਸ ਰਸਤੇ ਤੇ ਤੁਰ ਜਾ, ਤੈਨੂੰ ਤੇਰੀ ਮੁਸ਼ਕਲ ਦਾ ਹੱਲ ਲੱਭ ਜਾਏਗਾ। ਇਹ ਵੀ ਵਿੱਚ ਦੁਨੀਆ ਸੇਵ ਕਮਾਈ ਹੈ, ਇਹ ਵੀ ਸੇਵਾ ਹੈ। ਭਟਕੇ ਹੋਏ ਨੂੰ ਸਿੱਧੇ ਰਸਤੇ ਤੇ ਪਾ ਦੇਣਾ ਇੱਕ ਸੇਵਾ ਹੈ, ਨਾ ਕਿ ਸਿੱਧੇ ਰਸਤੇ ਤੇ ਤੁਰੇ ਹੋਏ ਨੂੰ ਭਟਕਾ ਦੇਣਾ। ਭਟਕਿਆ ਹੋਇਆ ਸਿੱਧੇ ਰਸਤੇ ਤੇ ਪਾ ਦਈਏ ਤੇ ਸਾਡੀ ਉਹ ਵੀ ਦੁਨੀਆ ਵਿਚਲੀ ਸੇਵਾ ਹੈ। ਕਿਸੇ ਕੋਲ ਰਾਹ ਨਹੀਂ, ਕਿਸੇ ਨੂੰ ਰਸਤੇ ਦਾ ਪਤਾ ਨਹੀਂ, ਉਹਨੂੰ ਰਸਤਾ ਦੱਸ ਦੇਣਾ, ਇਹ ਵੀ ਸਾਡਾ ਸਮਾਜਿਕ ਤੌਰ ਤੇ ਇੱਕ ਉਪਕਾਰ ਹੈ। ਇਸੇ ਨੂੰ ਧੰਨ ਗੁਰੂ ਨਾਨਕ ਸਾਹਿਬ ਵਿੱਚ ਦੁਨੀਆ ਸੇਵ ਕਮਾਈਏ ਦਾ ਜ਼ਿਕਰ ਕਰ ਰਹੇ ਨੇ। ਇਹ ਸੇਵਾ ਜਿਹੜੀ ਅਸੀਂ ਦੁਨੀਆ ਵਿੱਚ ਰਹਿ ਕੇ ਕਮਾਉਣੀ। ਪਰ ਅਸੀਂ ਕਿਸੇ ਹੋਰ ਤਰੀਕੇ ਦੀਆਂ ਸੇਵਾਵਾਂ ਵਿੱਚ ਬੈਠੇ ਹੋਏ ਹਾਂ। ਮੁਬਾਰਕ ਹੈ, ਸੇਵਾ ਹਰ ਤਰ੍ਹਾਂ ਦੀ ਪ੍ਰਵਾਨ ਹੈ, ਪਰ ਇੱਕ ਗੱਲ ਚੇਤਾ ਰੱਖਿਓ, ਸਤਿਗੁਰੂ ਜੀ ਜਦੋਂ ਸੇਵਾ ਦੀ ਪ੍ਰਵਾਨਗੀ ਦੀ ਬਾਤ ਕਰਦੇ ਤੇ ਮਾਲਕ ਆਖਦੇ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਆ ਸੇਵਾ ਜੇ ਜਿਹੜੀ ਕੀਤਿਆਂ ਗੁਰੂ ਸਾਡੇ ਤੇ ਪ੍ਰਸੰਨ ਹੋ ਜਾਏ। ਪਰ ਸਾਡੀ ਫਿਤਰਤ ਤੇ ਸੁਭਾਅ ਹੈ ਲੋਕਾਂ ਨੂੰ ਪ੍ਰਸੰਨ ਕਰਨ ਦਾ, ਲੋਕਾਂ ਨੂੰ ਵਿਖਾਉਣ ਦਾ। ਸਾਡੀ ਫਿਤਰਤ ਤੇ ਸਾਡਾ ਸੁਭਾਅ ਕੀ ਹੈ? ਲੋਕ ਕਹਿਣ ਬੜੀ ਸੇਵਾ ਕਰਦੇ ਨੇ, ਗੁਰੂ ਆਖੇ ਤੇ ਭਾਵੇਂ ਨਾ ਆਖੇ, ਗੁਰੂ ਪ੍ਰਸੰਨ ਹੋਵੇ ਤੇ ਭਾਵੇਂ ਨਾ, ਬਸ ਲੋਕ ਵੇਖ ਕੇ ਕਹਿਣ ਇਹਨਾਂ ਵਰਗੀ ਸੇਵਾ ਕਿਸੇ ਨਹੀਂ ਕਰਨੀ। ਤੇ ਚੇਤਾ ਰੱਖਿਓ, ਜਿੰਨਾ ਚਿਰ ਗੁਰੂ ਦੀ ਪ੍ਰਸੰਨਤਾ ਨਹੀਂ ਨਾ ਮਿਲਦੀ, ਉਹਨਾਂ ਚਿਰ ਸੇਵਾ ਪ੍ਰਵਾਨੀ ਵੀ ਨਹੀਂ ਜਾਣੀ। ਤੇ ਗੁਰੂ ਦੀ ਪ੍ਰਸੰਨਤਾ ਉਦਣ ਮਿਲੇਗੀ ਜਿੱਦਣ ਅਸੀਂ ਉਹ ਸੇਵਾ ਕਰਾਂਗੇ ਜਿਹੜੀ ਸੇਵਾ ਦੀ ਜ਼ਰੂਰਤ ਹੈ, ਨਾ ਕਿ ਉਹ ਜਿੱਥੇ ਪਹਿਲੋਂ ਹੀ ਸੇਵਾਦਾਰ ਖੜੋਤੇ ਤੇ ਅਸੀਂ ਉਹਨਾਂ ਨੂੰ ਆਖੀਏ ਭਾਈ ਤੁਸੀਂ ਨਹੀਂ ਅਸੀਂ ਸੇਵਾ ਕਰਨੀ ਹੈ। ਹੋ ਸਕਦਾ ਉਹ ਨਾ ਪ੍ਰਵਾਨੀ ਜਾਏ। ਚਾਹੀਦਾ ਤੇ ਤੈਨੂੰ ਸੇਵਾ ਉੱਥੇ ਕਰਨਾ ਸੀ ਜਿੱਥੇ ਸੇਵਾਦਾਰ ਦੀ ਜ਼ਰੂਰਤ ਹੈ, ਜਿੱਥੇ ਲੋੜ ਹੈ ਸੇਵਾ ਵਾਲੇ ਦੀ, ਕਰ ਉੱਥੇ ਚੱਲ ਕੇ ਸੇਵਾ। ਕਿਵੇਂ ਨਹੀਂ ਪ੍ਰਵਾਨੀ ਜਾਏਗੀ ਸੇਵਾ? ਸਾਹਿਬ ਤੇ ਪ੍ਰਸੰਨ ਤਾਂ ਹੀ ਜਿਸ ਸੇਵਾ ਵਿੱਚ ਪਹਿਲੋਂ ਹੀ ਬਹੁਤ ਸੇਵਾਦਾਰ ਲੱਗੇ ਹੋਏ ਨੇ, ਮੁੜ ਅਸੀਂ ਉਸੇ ਸੇਵਾ ਵਿੱਚ ਜਾ ਕੇ ਹਿੱਸਾ ਪਾਈਏ। ਮੁਬਾਰਕ ਬਾਤ ਹੈ, ਮੈਂ ਇਹ ਨਹੀਂ ਕਹਿੰਦਾ ਕਿ ਹਿੱਸਾ ਪਾਉਣਾ ਗਲਤ ਹੈ। ਉਸੇ ਸੇਵਾ ਵਿੱਚ ਹਿੱਸਾ ਪਾਈਏ ਤੇ ਦੂਜੇ ਪਾਸੇ ਕੋਈ ਦੂਸਰੀ ਸੇਵਾ, ਬਿਲਕੁਲ ਉੱਥੇ ਕੋਈ ਇੱਕ ਜਣਾ ਵੀ ਨਾ, ਇੱਕ ਪਰਸਨ ਵੀ ਨਾ ਹੋਵੇ, ਇੱਕ ਮਨੁੱਖ ਵੀ ਨਾ ਹੋਵੇ,
ਉੱਥੇ ਜਾ ਕੇ ਹਿੱਸਾ ਪਾਉਣ ਦਾ ਲਾਭ ਸੀ ਕਿ ਜਿੱਥੇ ਪਹਿਲੋਂ ਸੇਵਾਦਾਰ ਖੜੋਤੇ ਉੱਥੇ ਸੇਵਾ ਕਰਨ ਦਾ। ਸਾਡੀ ਫਿਤਰਤ ਹੈ, ਜਿਹਨੂੰ ਸੌਖੇ ਰੂਪ 'ਚ ਕਹਿ ਸਕਦੇ ਹਾਂ, ਦੁਨੀਆ ਦਾ ਸੁਭਾਅ ਰੱਜੇ ਨੂੰ ਰਜਾਉਣਾ। ਦੁਨੀਆ ਦਾ ਆ ਸੁਭਾਅ ਜੇ, ਜਿਹੜਾ ਪਹਿਲੋਂ ਹੀ ਰੱਜਿਆ ਉਹਨੂੰ ਰਜਾਉਣਾ ਹੈ। ਜਿਹੜਾ ਭੁੱਖਾ ਬੈਠਾ ਉਹਦੀ ਤਲੀ ਤੇ ਭੋਜਨ ਨਹੀਂ ਰੱਖਣਾ। ਇਹ ਦੁਨੀਆ ਦਾ ਸੁਭਾਅ ਹੈ। ਤੇ ਚੇਤਾ ਰੱਖਿਓ, ਰੱਜੇ ਨੂੰ ਰਜਾਉਣ ਵਾਲੀ ਸੇਵਾ ਹੋ ਸਕਦਾ ਹੈ ਪ੍ਰਵਾਨੀ ਜਾਏ, ਪਰ ਭੁੱਖੇ ਨੂੰ ਰਜਾਉਣ ਵਾਲੀ ਸੇਵਾ ਪਹਿਲੋਂ ਪ੍ਰਵਾਨੀ ਜਾਏਗੀ। ਰੱਜੇ ਨੂੰ ਰਜਾ, ਤੈਨੂੰ ਕੋਈ ਇਨਕਾਰ ਨਹੀਂ ਕਰਦਾ, ਤੂੰ ਰਜਾ। ਪਰ ਕਿਤੇ ਰੱਜੇ ਨੂੰ ਰਜਾਉਂਦਾ ਰਜਾਉਂਦਾ ਭੁੱਖਿਆਂ ਨੂੰ ਧੱਕੇ ਨਾ ਮਾਰਨ ਲੱਗ ਜਾਈ। ਜਿਹੜਾ ਪਹਿਲੋਂ ਜਿਹਦੇ ਕੋਲ ਸਮਰੱਥਾ ਹੈ ਉਹ ਆਪਣਾ ਪੇਟ ਆਪ ਭਰ ਸਕਦਾ ਹੈ, ਉਹਨੂੰ ਨਾ ਰਜਾ। ਜਿਹਦੇ ਕੋਲ ਸਮਰੱਥਾ ਨਹੀਂ ਕਿ ਉਹ ਆਪਣਾ ਪੇਟ ਨਹੀਂ ਭਰ ਸਕਦਾ, ਉਹਨੂੰ ਰਜਾ, ਉਹਦਾ ਪੇਟ ਭਰ। ਆ ਜੇ ਵਿੱਚ ਦੁਨੀਆ ਸੇਵ ਕਮਾਈ ਹੈ। ਫਿਰ ਮਾਲਕ ਕਹਿੰਦੇ ਜਦੋਂ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਫਿਰ ਰੱਬ ਦੀ ਦਰਗਾਹ ਵਿੱਚ ਬੈਠਣਾ ਮਿਲਦਾ, ਜਾਂ ਇਉਂ ਕਹਿ ਲਈਏ ਰੱਬ ਦੇ ਦਰ ਉੱਤੇ ਬੈਠਣਾ ਮਿਲਦਾ। ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨਗੀ ਮਿਲਦੀ ਹੈ, ਰੱਬ ਦੇ ਅੱਗੇ ਪ੍ਰਵਾਨ ਹੋਣਾ। ਫਿਰ ਕਹੋ ਨਾਨਕ ਬਾਹ ਲੁਡਾਈ ਹੈ, ਬਾਹਾਂ ਨੂੰ ਹੁਲਾਰੀਏ, ਖੁਸ਼ੀ ਵਿੱਚ ਫੈਲਾਉਣਾ। ਕਹੋ ਨਾਨਕ, ਨਾਨਕ ਜੀ ਆਖਦੇ ਨੇ ਬਾਹ ਲੁਡਾਈ ਹੈ। ਹੁਣ ਇਹਦੇ ਅਰਥ ਇਸ ਤਰੀਕੇ ਵੀ ਕਰ ਸਕਦੇ ਆ ਕਿ ਉਹ ਪਰਮੇਸ਼ਵਰ ਆਪ ਬਾਹਾਂ ਖਿਲਾਰ ਕੇ ਬੈਠਾ, ਤੂੰ ਸੇਵਾ ਕਰ, ਤੈਨੂੰ ਆਪਣੇ ਗਲ ਨਾਲ ਲਾਉਣ ਲਈ ਮੈਂ ਤਿਆਰ। ਜਾਂ ਇਉਂ ਕਹਿ ਲਈਏ ਸੇਵਾ ਤੋਂ ਪਰਮੇਸ਼ਵਰ ਪ੍ਰਸੰਨ ਹੋਇਆ, ਪਰਮੇਸ਼ਵਰ ਦੀ ਪ੍ਰਸੰਨਤਾ ਦੇ ਸਦਕਾ, ਰਹਿਮਤ ਸਦਕਾ ਅਸੀਂ ਆਪਣੀਆਂ ਬਾਹਾਂ ਖੁਸ਼ੀ ਵਿੱਚ ਖਿਲਾਰ ਲਈਆਂ। ਖੁਸ਼ੀ ਅੰਦਰ, ਪ੍ਰਸੰਨਤਾ ਅੰਦਰ ਨੱਚ ਉੱਠੇ ਕਿ ਅਸੀਂ ਰੱਬ ਦੇ ਦਰ ਤੇ ਪਰਵਾਨੇ ਗਏ। ਬਾਹਾਂ ਦਾ ਖਿਲਾਰੇ ਜਾਣਾ ਦੋਵੇਂ ਜਦੋਂ, ਕਿਉਂਕਿ ਦੁਨੀਆ ਵਿੱਚ ਸੇਵਾ ਨੂੰ ਕਮਾਉਣਾ, ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨੇ ਜਾਣਾ। ਇਉਂ ਕਹਿ ਸਕਦੇ ਹਾਂ ਕਿ ਪਰਮੇਸ਼ਵਰ ਤੇ ਆਪਣੀਆਂ ਨਜ਼ਰਾਂ ਵਿੱਚ ਪ੍ਰਵਾਨਗੀ ਦੇਣ ਲਈ ਸਾਨੂੰ ਬੈਠਾ ਹੈ। ਸਾਡਾ ਪਰਮੇਸ਼ਵਰ, ਸਾਡਾ ਮਾਲਕ ਆਪਣੀਆਂ ਬਾਹਾਂ ਖਿਲਾਰ ਕੇ ਪਸਾਰ ਕੇ ਬੈਠਾ ਹੈ ਕਿ ਸੱਜਣਾ ਆ ਚੱਲ ਕੇ ਮੈਂ ਤੈਨੂੰ ਗਲਵੱਕੜੀ ਵਿੱਚ ਲਵਾਂ। ਪਰ ਤਰੀਕਾ ਕੀ ਹੈ ਉਹਦੀ ਗਲਵੱਕੜੀ ਵਿੱਚ ਜਾਣ ਦਾ? ਸਤਿਗੁਰੂ ਉਹ ਤਰੀਕਾ ਦੱਸਦੇ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈਏ। ਆ ਜੇ ਤਰੀਕਾ ਉਸ ਮਾਲਕ ਦੇ ਦਰ ਉੱਤੇ ਪ੍ਰਵਾਨੇ ਜਾਣ ਦਾ, ਕਬੂਲੇ ਜਾਣ ਦਾ। ਤੇ ਆਹੋ ਤਰੀਕਾ ਜੇ ਜਿਸ ਨਾਲ ਸਾਹਿਬ ਕਹਿੰਦੇ ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਬਸ ਆਹੀ ਜੇ ਉਸ ਸਾਹਿਬ ਦੇ ਦਰਸ਼ਨਾਂ ਦਾ, ਉਹਦੇ ਮਿਲਾਪ ਦਾ ਤਰੀਕਾ ਤੇ ਢੰਗ। ਇਸੇ ਤਰੀਕੇ, ਇਸੇ ਢੰਗ ਦੇ ਨਾਲ ਹੀ ਅਸੀਂ ਆਪਣੇ ਜੀਵਨ ਅੰਦਰ ਗਿਆਨ ਦਾ ਚਾਨਣ ਕਰ ਸਕਦੇ ਹਾਂ। ਤੇ ਗਿਆਨ ਦੇ ਚਾਨਣ ਸਦਕਾ ਉਸ ਮਾਲਕ ਪ੍ਰਭੂ ਜੀ ਦੇ ਦੀਦਾਰ ਸਾਨੂੰ ਮਿਲਣਗੇ। ਸਤਿਗੁਰੂ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਸਾਹਿਬ ਆਪ ਆਪਣੇ ਬਖਸ਼ਿਸ਼ ਭਰਿਆ ਹੱਥ ਰੱਖਣ। ਕਿਤੇ ਮਾਲਕ ਦੀ ਮਿਹਰ ਸਦਕਾ ਅਸੀਂ ਇਸ ਗੱਲ ਨੂੰ ਸਮਝ ਲਈਏ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜਹੁ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਿਤੇ ਇਸ ਉਪਦੇਸ਼ ਨੂੰ ਆਪਣੇ ਜੀਵਨਾਂ ਵਿੱਚ ਵਸਾ ਲਈਏ। ਸਾਹਿਬ ਅੱਗੇ ਨਿਤਾ ਪ੍ਰਤੀ ਅਰਜ਼ੋਈ ਬੇਨਤੀ ਕਰਦੇ ਰਿਹਾ ਕਰੋ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ।
ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਮਤ ਹੋਈ, ਤਰਸ ਪਿਆ ਮਿਹਰਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖੇਮਾ ਬਖਸ਼ਣੀ ਆਓ। ਸਤਿਗੁਰਾਂ ਜੀ ਦੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹ ਬੈਸਣ ਪਾਈਐ। ਕਹੋ ਨਾਨਕ ਬਾਹਾਂ ਲੁਡਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ